तुसी देख रहे हो सोशल मीडिया नेटवर्क प्रोग्राम ये मुलाकात एक बहाना है। इस प्रोग्राम साडे अज दे मेहमान ने डॉक्टर इजहार अहमद गुलजार साहब। ते आओ तुहाडी मुलाकात करवाने डॉक्टर इजहार अहमद गुलजार साहब ना। डॉक्टर साहब वेलकम टू द जी शो। सलाम सर, बहुत शुक्रिया जी तशरीफ है। जी सर, बहुत शुक्रिया तुहाडी आमद दा। डॉक्टर साहब तुहानू बचपन च किदों एहसास होया कि तुहाडे च वो खास चीज़ है जिहड़ी दूसरियां च नहीं? सर खाला साहब बचपन च जैसी कहो ना कि बिल्कुल ही बचपन इब्तदाई दौर तो नहीं होया, क्योंकि जदों कोई शौर ने अख खोली तो मैं अपने वालिद साहब नूं ते अपने ताया जी वालिद साहब जनाब राणा मुहम्मद गुलजार खां कपूरथलवी और मेरे ताया जी चौधरी नूर मोहम्मद नूर कपूरथलवी। मेरे ताया जी जो कि खुद उर्दू ते पंजाबी दे शायर सन, कादरुल कलाम शायर। इस तरह मेरे वालिद साहब नसर लिखते सन, कालम नगारी ते अफसाना नगारी, ये उन्हों दा शौक सी। उन्होंने लिखदे देख के कार्बन का दौर से वालिद साहब ने लिखने कार्बन पेपर रख के ते दो दो तीन तीन पेपर रखने कार्बन दे और फिर वो अखबारां च दे के आने। ते इस तरह मैनू अपने वालिद साहब नूं वेख के वो लिखण दा जिहड़ा शौक पैदा होया। ये कोई गल कह लो तुसीं मैट्रिक के नेड़े तेड़े हुई। सही सही सही। यानी कि तहरीक मेरे वालिद साहब और मेरे ताया जी। फिर मैं ताया जी को जो पढ़ता सी ते ताया जी नूं जो असीं पढ़दे सी उन्हां दा अलजबरे ते रियाजी ते बड़ा अबूर सीगा, अंग्रेजी ते तो वो सानू कोई ना कोई अपनी नज़म जरूर देंदे सीगे। ये नज़म लवो पंजाबी दी, ਇਹਦਾ ਤਰਜਮਾ ਕਰਕੇ ਦਿਓ ਮੈਨੂੰ। ਸਹੀ ਸਹੀ। ਉੱਥੋਂ ਵੀ ਜ਼ਾਹਰਾ ਜਿਹੜੀ ਕਿਸੇ ਨੂੰ ਕੁਝ ਤੀਜ ਸੁਣਾਉਂਦੇ ਉਹ ਰਾਗਬ ਹੋ ਹੀ ਜਾਂਦਾ। ਰਾਗਬ ਹੋ ਜਾਂਦਾ। ਸਹੀ ਸਹੀ। ਇਹ ਕਾਰਨ ਬਣਿਆ ਜੀ। ਅੱਛਾ, ਤੁਸੀਂ ਜਿਹੜੀ ਪਹਿਲੀ ਤਹਿਰੀਰ ਲਿਖੀ ਉਹ ਨਜ਼ਮ ਸੀ, ਨਸਰ ਸੀ, ਤੇ ਤੁਸੀਂ ਕਿਹੜੀ ਕਲਾਸ ਦੇ ਤਾਲਿਬ ਇਲਮ ਸੀ? ਮੈਂ ਜੀ ਕਲਾਸ ਦੇ ਵਿੱਚ ਤੇ ਨਹੀਂ, ਲੇਕਿਨ ਇਹ ਆ ਕਿ ਕਾਲਜ ਦਾ ਦੌਰ ਸੀਗਾ। ਅੱਛਾ, ਕਾਲਜ ਦਾ ਦੌਰ। ਹਾਂਜੀ, ਠੀਕ ਹੋ ਗਿਆ। ਜਦੋਂ ਮੇਰੀ ਪਹਿਲੀ ਲਿਖਤ ਛਪੀ ਆ ਗੌਰਮੈਂਟ ਕਾਲਜ ਫੈਸਲਾਬਾਦ ਚ ਮੈਂ ਐਂਟਰ ਕੀਤਾ ਤੇ ਉੱਥੇ ਮੈਨੂੰ ਉਸਤਾਦ ਵੀ ਮਿਲ ਪਏ ਫਿਰ ਇਸ ਤਰ੍ਹਾਂ ਦੇ ਲਿਖਣ ਲਿਖਾਉਣ ਵਾਲੇ, ਪੜ੍ਹਨ ਪੜ੍ਹਾਉਣ ਵਾਲੇ, ਜਿਨ੍ਹਾਂ ਚ ਪ੍ਰੋਫੈਸਰ ਗੁਲਾਮ ਰਸੂਲ ਸ਼ੌਕ ਸਾਹਿਬ, ਇਸ ਤਰ੍ਹਾਂ ਪ੍ਰੋਫੈਸਰ ਸ਼ੌਕਤ ਅਲੀ ਕੰਵਰ ਸਾਹਿਬ, ਇਹ ਪੰਜਾਬੀ ਦੇ ਅਥਾਰਟੀ ਦਾ ਦਰਜਾ ਰੱਖਦੇ ਸਨ। ਔਰ ਇਹਨਾਂ ਨੂੰ ਦੇਖਦਿਆਂ ਗੁਲਾਮ ਡਾਕਟਰ ਸ਼ੌਕਤ ਅਲੀ ਕੰਵਰ ਸਾਹਿਬ ਦੀ ਕਿਤਾਬ ਉਸ ਵੇਲੇ ਆਈ ਸੀ ਅੱਖ ਦੀ ਪੀੜ। ਤੇ ਉਹਨਾਂ ਨੇ ਕਲਾਸ 'ਚ ਹੀ ਕਿਹਾ ਸੀ ਤੁਸੀਂ ਨਜ਼ਮਾਂ ਲਿਖੋ ਇਹਦੇ ਉੱਤੇ ਮੇਰੀ ਕਿਤਾਬ ਤੇ ਮੈਂ ਵੀ ਕੋਈ ਉੱਤੇ ਤਵਜ਼ਮਾਈ ਕੀਤੀ, ਮਨਜ਼ੂਮ ਨਜ਼ਮ ਲਿਖੀ। ਤੇ ਉਹ ਸ਼ੌਕਤ ਅਲੀ ਕੰਵਰ ਸਾਹਿਬ ਨੇ ਅੱਲਾਹ ਤਾਲਾ ਦੀ ਰਹਿਮਤ ਕਰੇ, ਉਹਨਾਂ ਨੇ ਬੜਾ ਐਪਰੀਸ਼ੀਏਟ ਕੀਤਾ ਮੈਨੂੰ। ਤੇ ਉਹਨੇ ਕਿਹਾ ਯਾਰ ਤੂੰ ਇਹ ਜਿਹੜੇ 7-8 ਸ਼ੇਰ ਲਿਖੇ ਆ ਅੱਖ ਦੀ ਪੀੜ ਦੇ ਹਵਾਲੇ ਨਾਲ, ਮੈਂ ਉਹਦੇ ਜਿਹੜੇ ਸੀਗੇ ਕਾਫੀਆ ਰਦੀਫ ਉਹਦੇ ਮੁਤਾਬਕ ਲਿਖਿਆ, ਉਹਦੀ ਖੂਬੀਆਂ ਬਿਆਨ ਕੀਤੀਆਂ, ਬੜੇ ਖੁਸ਼ ਹੋਏ। ਇਹਨੇ ਉੱਥੇ ਇੱਕ ਹੌਸਲਾ ਵੱਧਦਾ ਗਿਆ ਅਦਬ ਵਾਲੀ ਸਾਈਡ ਤੇ। ਜਿਹਨੇ ਕਾਲਜ ਦੇ ਵਿੱਚ ਆ ਕੇ ਫਿਰ ਇਹਨਾਂ ਦੋ ਸ਼ਖਸੀਅਤਾਂ ਨੇ ਫਿਰ ਉੱਥੇ ਥੋੜਾ ਜਿਹਾ ਅੱਗੇ ਹੀ ਗਏ ਗ੍ਰੈਜੂਏਸ਼ਨ। ਫਿਰ ਉੱਥੇ ਪ੍ਰੋਫੈਸਰ ਚੌਧਰੀ ਮੁਹੰਮਦ ਸਿੱਦੀਕ ਨਾਗੀ ਸਾਹਿਬ ਸਨ। ਅੱਛਾ ਅੱਛਾ। ਇਹਨਾਂ ਦੇ ਕੋਲ ਅੰਗਰੇਜ਼ੀ ਪੜ੍ਹੇ, ਲੇਕਿਨ ਅੰਗਰੇਜ਼ੀ ਪੜ੍ਹਾਉਂਦੇ ਪੰਜਾਬੀ ਬਹੁਤ ਪੜ੍ਹਾਉਂਦੇ ਸੀ। ਸਹੀ। ਹਾਂਜੀ, ਇਹਨਾਂ ਨੇ ਸਾਡੇ ਕਲਾਸੀਕਲ ਸ਼ਾਇਰਾਂ ਨਾਲ ਟੱਚ ਵੀ ਦੇਣਾ ਤੇ ਅੰਗਰੇਜ਼ੀ ਦੇ ਤੇ ਇੱਕ ਅਥਾਰਟੀ ਦਾ ਦਰਜਾ ਰੱਖਦੇ ਸਨ ਨਾ। ਅਸੀਂ ਇਹਨਾਂ ਨੂੰ ਕਹਿੰਦੇ ਸੀ ਚਲਦੀ ਫਿਰਦੀ ਡਿਕਸ਼ਨਰੀ। ਇੱਕ ਲਫ਼ਜ਼ ਦੇ 15 ਮੀਨਿੰਗਸ ਇਹਨਾਂ ਕੋਲ ਇੱਕ ਟਾਈਮ ਤੇ ਹੁੰਦੇ ਸੀ। ਤੇ ਗੁੱਸੇ ਹੁੰਦੇ ਸੀ, ਡਾਂਟਦੇ ਵੀ ਤਾਂ ਵੀ 15 ਅਲਫਾਜ਼ ਇਹਨਾਂ ਕੋਲ ਬੇਜਕ ਵਕਤ ਹੁੰਦੇ ਸੀ ਉਹਦੇ ਮੁਤਰਾਦਫ। ਠੀਕ। ਅੱਛਾ ਡਾਕਟਰ ਸਾਹਿਬ, ਤੁਹਾਡਾ ਕਿਹੜੇ ਇਲਾਕੇ ਨਾਲ ਤਲਕ ਹੈ ਤੇ ਤਲੀਮ ਜਿਹੜੀ ਹੈ ਉਹ ਕਿੰਨਾ ਸ਼ਹਿਰਾਂ 'ਚ ਤੇ ਕਿਹੜੇ ਅਦਾਰਿਆਂ 'ਚ ਹਾਸਲ ਕੀਤੀ? ਮੇਰੇ ਜੀ ਜਿਹੜੇ ਬਜ਼ੁਰਗ ਸਨ, ਮੇਰੇ ਦਾਦਾ ਜਾਨ, ਉਹ ਉਹਨਾਂ ਦਾ ਨਾਂ ਸੀ ਚੌਧਰੀ ਮੁਹੰਮਦ ਬਖਸ਼, ਜਿਹੜੇ ਕਿ ਪਹਿਲੇ ਫੌਜ ਸਨ ਤੇ ਫਿਰ ਉਹਨਾਂ ਦੀ ਅੱਖ ਦੇ ਵਿੱਚ ਕੋਈ ਖਰਾਬੀ ਪੈ ਗਈ ਜਿਹਦੀ ਵਜ੍ਹਾ ਨਾਲ ਉਹਨਾਂ ਨੂੰ ਇੱਕ ਜਬਰਨ ਰਿਟਾਇਰ ਕਰ ਦਿੱਤਾ ਗਿਆ। ਤੇ ਫਿਰ ਉਹਨਾਂ ਨੇ ਕਪੂਰਥਲਾ ਦੀ ਮੰਡੀ ਦੇ ਵਿੱਚ ਆੜਤ ਦਾ ਕੰਮ ਕਰ ਲਿਆ ਸੀ। ਜਿਹਨੇ ਕਪੂਰਥਲਾ ਦੀ ਮੰਡੀ ਦੇ ਵਿੱਚ ਉਹ ਇਕੱਲੇ ਹੀ ਆੜਤ ਹੀ ਸਨ ਜਿਹੜੇ ਮੁਸਲਮਾਨ ਆੜਤੀ ਸਨ, ਔਰ ਚੰਗਾ ਚੋਖਾ ਉਹਨਾਂ ਦਾ ਕੰਮ ਸੀ ਆੜਤ ਦਾ। ਸਹੀ। ਸਿੰਗਲ ਸਿਰਫ ਇਹ ਹੀ ਸੀ ਮੁਸਲਮਾਨ ਕਪੂਰਥਲਾ ਰਿਆਸਤ ਕਪੂਰਥਲਾ ਦੇ ਵਿੱਚ, ਜਿਹੜੇ ਕਿ ਹੁਣ ਜ਼ਿਲ੍ਹਾ। ਤੇ ਉਹ ਜਦੋਂ ਉੱਥੇ ਸਾਡੇ ਵਾਲਦੈਨ ਮੇਰੇ ਬਜ਼ੁਰਗ ਇਹ ਮਾਈਗ੍ਰੇਟ ਹੋ ਕੇ ਹਿਜਰਤ ਕਰਕੇ ਆਏ ਤੇ ਇੱਥੋਂ ਫੈਸਲਾਬਾਦ ਤੋਂ 20 ਕਿਲੋਮੀਟਰ ਆ ਡਿਚਕੋਟ ਕਸਬਾ। ਸਹੀ। ਉਹ ਡਿਚਕੋਟ ਦੇ ਕਸਬੇ ਦੇ ਨਾਲ ਹੀ ਜਿੱਥੇ ਮੇਰੇ ਵਾਲਿਦ ਸਾਹਿਬ ਮੁਹੰਮਦ ਗੁਲਜ਼ਾਰ ਖਾਂ ਕਪੂਰਥਲਵੀ ਤੇ ਮੇਰੇ ਤਾਇਆ ਜਾਨ ਨੂਰ ਮੁਹੰਮਦ ਨੂਰ ਕਪੂਰਥਲਵੀ ਸੁਦਾ ਖਾਗ ਨੇ, ਉੱਥੇ ਇਹਨਾਂ ਨੇ ਆ ਕੇ ਨਾ ਡੇਰੇ ਲਾਏ। ਉੱਥੇ ਇਹਨਾਂ ਨੂੰ ਜ਼ਮੀਨਾਂ ਅਲਾਟ ਹੋਈਆਂ, 4.5 ਏਕੜ ਦਾ ਬਾਗ, ਅੰਬਾਂ ਦਾ ਬਾਗ ਅਲਾਟ ਹੋਇਆ ਤੇ ਉਹਦੇ ਨਾਲ ਦੂਸਰੀਆਂ ਜਿਹੜੀਆਂ ਜ਼ਮੀਨਾਂ ਉਹ ਵੀ ਇਹਨਾਂ ਨੂੰ ਅਲਾਟ ਹੋਈਆਂ।
ਤੇ ਉੱਥੋਂ ਮਤਲਬ ਕਿ ਉੱਥੇ ਮੈਂ ਆਪਣਾ ਇਬਤਦਾਈ ਜਿਹੜਾ ਵਾ ਪ੍ਰਾਇਮਰੀ ਆਪਣੇ ਪਿੰਡ ਦੇ ਸਕੂਲ ਚੋਂ ਪਾਸ ਕੀਤਾ ਇਮਤਿਹਾਨ ਜਿਹੜਾ ਪ੍ਰਾਇਮਰੀ ਸਕੂਲ ਜਿਹੜੀ ਸਾਡੇ ਪਿੰਡ ਹੈਗਾ ਹਲੇ ਵੀ ਪ੍ਰਾਇਮਰੀ ਚੱਲ ਰਿਹਾ ਹੈ। ਇਸ ਗੱਲ ਨੂੰ ਕਰ ਜੀ ਡਾਕਟਰ ਸਾਹਿਬ ਜੀ ਸਰ ਤੁਹਾਡੀ ਬਾਇਓਗ੍ਰਾਫੀ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਇੱਕ ਸ਼ਾਇਰ ਵੀ ਹੋ ਤੇ ਨਾਲ ਕਾਲਮ ਨਗਾਰ, ਨਸਰ ਨਗਾਰ, ਨਕਾਦ, ਅਫਸਾਨਾ ਨਵੀਸ, ਤਜਜ਼ੀਆ ਨਵੀਸ ਤੇ ਉਸ ਤੋਂ ਇਲਾਵਾ ਤਜ਼ਕਰਾ ਨਗਾਰ ਵੀ ਹੋ। ਜੀ ਸਰ ਇਹਨਾਂ ਵਿੱਚੋਂ ਕਿਹੜੀ ਐਸੀ ਇੱਕ ਪਹਿਲੂ ਹੈ ਜਾਂ ਪੱਖ ਹੈ ਜਿਹੜਾ ਤੁਹਾਨੂੰ ਆਪ ਵੀ ਬਹੁਤ ਜ਼ਿਆਦਾ ਪਸੰਦ ਹੈ, ਅੱਛਾ ਲੱਗਦਾ ਹੈ ਤੇ ਜਿਹਨੂੰ ਤੁਸੀਂ ਆਸਾਨੀ ਨਾਲ ਬਿਆਨ ਕਰ ਲੈਂਦੇ ਹੋ, ਸਮਝਦੇ ਹੋ? ਮੈਂ ਵੈਸੇ ਤਾਂ ਜੀ ਸਾਰਿਆਂ ਜੀ ਆਪਣਾ ਟੇਸਟ ਬਦਲਦਾ ਰਹਿੰਦਾ ਵਾਂ ਤੇ ਲੇਕਿਨ ਜ਼ਿਆਦਾ ਮੈਂ ਪਹਿਲਾਂ ਤਹਿਕੀਕ ਤਨਕੀਦ ਵੱਲ ਸੀਗਾ ਮੇਰਾ ਰੁਝਾਨ, ਕੰਮ ਵੀ ਕੀਤਾ ਖੂਬ ਵਾਹਵਾ ਉਹਦੇ ਵਿੱਚ, ਐਮਫਿਲ ਸਤਹ ਦਾ, PhD ਲੈਵਲ ਤੇ ਕੰਮ ਕੀਤਾ। ਫਿਰ ਇਹਦੇ ਇਲਾਵਾ ਗੈਰ ਮੁਸਲਮ ਸ਼ੌਰ ਨਾਤੀਆ ਕਲਾਮ ਉਹ 'ਤੇ ਤਹਿਕੀਕ ਕੀਤੀ। ਲੇਕਿਨ ਹੁਣ ਮੇਰਾ ਜਿਹੜਾ ਰੁਝਾਨ ਆ ਨਾਤ ਵਾਲੀ ਸਾਈਡ ਤੇ ਆ। ਮਾਸ਼ਾਅੱਲਾ। ਪਹਿਲੇ ਸੀਰਤ ਤੇ ਸੀਗਾ, ਉਹ ਵੀ ਨਾਲ ਚੱਲ ਰਿਹਾ ਫਖਰੇ ਕਾਇਨਾਤ। ਫਖਰੇ ਕਾਇਨਾਤ। ਲੇਕਿਨ ਹੁਣ ਅਲਹਮਦੁਲਿਲਾ ਜਿਵੇਂ ਪਹਿਲੇ ਮੈਂ ਦੱਸਿਆ ਕਿ ਨਾਤ ਹੀ ਮੇਰਾ ਸਰਮਾਇਆ ਹੈ ਹਯਾਤ। ਅੱਛਾ, ਹੁਣ ਤੁਹਾਡੀਆਂ ਪੰਜਾਬੀ ਕਹਾਣੀਆਂ ਦੇ ਮਜਮੂਏ ਨੇ, ਅਫਸਾਨਾ ਜਿਹੜਾ ਸੋਚਾਂ ਪਰ ਕਲਾਵੇ, ਸੋਚਾਂ ਇਹਦੇ ਵਿੱਚ ਕਹਾਣੀਆਂ ਨੇ ਬਹੁਤ ਸਾਰੀਆਂ, ਵੇਲੇ ਦੀ ਖੇਡ, ਧੁੱਪ ਛਾਂ, ਤੀਸਰਾ ਬੰਦਾ ਤੇ ਤੁਰਲੀ, ਕੁੱਲੀ ਤੇ ਜੁੱਲੀ। ਹਾਂਜੀ, ਇਹ ਤੇ ਉਸ ਤੋਂ ਬਾਅਦ ਕਹਾਣੀਆਂ ਅਫਸਾਨੇ ਪੰਜਾਬ ਦੇ ਤੇ ਸ਼ਹਿਰੀ ਮਾਹੌਲ ਦੇ ਆਕਾਤ ਨੇ। ਇਹ ਤੁਹਾਡੇ ਨਜ਼ਦੀਕ ਤੁਹਾਨੂੰ ਪੰਜਾਬੀ ਮਾਹੌਲ ਜ਼ਿਆਦਾ ਅੱਛਾ ਲੱਗਦਾ ਪਿੰਡਾਂ ਦਾ ਜਾਂ ਸ਼ਹਿਰ ਦਾ? ਅਸਲ ਜੀ ਮੈਂ ਤੇ ਇੱਕ ਸਰ ਪਿੰਡੂ ਬੰਦਾ ਵਾਂ, ਦਿਹਾਤੀ ਕਲਚਰ ਜੀ ਮੈਂ ਬੜਾ ਹੋਇਆ। ਇਬਤਦਾਈ ਮੈਂ ਤਾਲੀਮ ਉੱਥੋਂ ਹਾਸਲ ਕੀਤੀ। ਇਬਤਦਾਈ ਦੌਰ ਮੇਰਾ ਜਿਹੜਾ ਪਿੰਡ ਦੇ ਵਿੱਚ ਗੁਜ਼ਰਿਆ, ਇਸ ਕਰਕੇ ਮੇਰੇ ਰੂਮ ਵਿੱਚ ਪੰਜਾਬੀ ਕਲਚਰ ਸਮੋਇਆ ਹੈ। ਦੂਸਰਾ ਮੈਂ ਆਪਣੇ ਬਜ਼ੁਰਗਾਂ ਨੂੰ ਲਿਖਦਿਆਂ ਦੇਖਿਆ, ਆਪਣੇ ਵਾਲਦ ਸਾਹਿਬ ਨੂੰ, ਆਪਣੇ ਤਾਇਆ ਜੀ ਨੂਰ ਮੁਹੰਮਦ ਨੂਰ ਕਪੂਰਥਲਵੀ ਨੂੰ, ਤੇ ਮੇਰਾ ਜਿਹੜਾ ਰੁਝਾਨ ਪੱਕਾ ਪੁਖਤਾ ਹੋ ਗਿਆ ਪੰਜਾਬੀ ਵੱਲ ਤੇ ਪੰਜਾਬੀ ਇਸ਼ਕ ਦੇ ਵਿੱਚ ਮੈਂ ਰੁੱਝ ਗਿਆ। ਤੇ ਇਹਦੇ ਨਾਲ ਮੈਂ ਫਿਰ ਬਾਅਦ ਦੇ ਵਿੱਚ ਤਹਿਕੀਕ ਲਾਇਆ, ਤਨਕੀਦ ਵੱਲ ਆਇਆ। ਫਿਰ ਉਹਦੇ ਇਲਾਵਾ ਮੁਖਤਲਿਫ ਪੰਜਾਬੀ ਸ਼ਾਇਰੀ ਜਿਹੜੀ ਆ ਕਈ ਮੈਦਾਨ 'ਚ ਮੈਂ ਆਪਣਾ ਜੁਨੀ ਜੋਗਾ ਵੀ ਸਿੱਖ ਆਪਣਾ ਕੰਮ ਕੀਤਾ। ਕੋਈ ਪੈਰਾਗ੍ਰਾਫ ਤੇ ਸੀ ਸੁਣਾਉਣਾ ਸੀ ਕਿਸੇ ਕਹਾਣੀ? ਇਹਦੇ ਵਿੱਚ ਜੀ ਇਹ ਕਹਾਣੀ ਸੀਗੀ ਮੈਂ ਲਿਖੀ ਆਪਣੇ ਵਾਲਦ ਸਾਹਿਬ ਦੇ ਆਲਣਾ। ਉਹ ਆਲਣਾ ਇਹ ਸੀ ਕਿ ਮੇਰੇ ਵਾਲਦ ਸਾਹਿਬ ਜਦੋਂ ਘਰ ਦਾ ਮਕਾਨ ਬਣਾਇਆ, ਉਹਨੇ ਬੜਾ ਮਿਹਨਤ ਨਾਲ ਨਾ ਮਕਾਨ ਨੂੰ ਬਣਾਉਂਦੇ ਰਹੇ। ਜੋ ਮਕਾਨ ਆਲਣਾ ਸਿਰੇ ਚੜ ਗਿਆ ਤੇ ਉਹ ਹਲੇ ਪ੍ਰੋਸੈਸ ਦੇ ਵਿੱਚ ਹੀ ਸੀਗਾ ਤੇ ਉਹ ਦੁਨੀਆ ਤੋਂ ਚਲਾਣਾ ਕਰ ਗਿਆ, ਬਿਮਾਰ ਹੋ ਗਿਆ। ਤੇ ਉਹ ਮੈਂ ਲਿਖਿਆ ਸੀ, ਉਹ ਬੰਦਾ ਆਖਰੀ ਪੈਰਾ ਮੈਨੂੰ ਯਾਦ ਆ ਕਿ ਜਿਹੜਾ ਕਦੀ ਆਪਣੇ ਪਿਓ ਦੇ ਮੋਢਿਆਂ ਤੇ ਚੜ੍ਹਦਾ ਹੁੰਦਾ ਸੀ, ਉਹ ਬੰਦਾ ਜਿਹੜਾ ਕਦੀ ਆਪਣੇ ਪਿਓ ਦੇ ਮੋਢਿਆਂ ਤੇ ਚੜ੍ਹਦਾ ਹੁੰਦਾ ਸੀ, ਹੁਣ ਆਪਣੇ ਬੇਜਾਨ ਪਿਓ ਨੂੰ ਆਪਣੇ ਮੋਢਿਆਂ ਤੋਂ ਚੁੱਕ ਕੇ ਉੱਥੇ ਲੈ ਜਾ ਰਿਹਾ ਸੀ ਜਿੱਥੋਂ ਕਦੇ ਕੋਈ ਪਰਤ ਕੇ ਨਹੀਂ ਆਇਆ। ਤੇ ਫਿਰ ਉਹ ਦੁਆਵਾਂ ਕਰਨ ਵਾਲੇ ਮਿਹਰਬਾਨ ਹੱਥ ਅਸੀਂ ਆਪਣੀ ਹੱਥੀਂ ਮਣਾ ਮਿੱਟੀ ਥੱਲੇ ਛੱਡ ਆਏ। ਉਹਦੀ ਰੀਝਾਂ ਦੇ ਵਾਸ਼ਨਾ ਨਾਲ ਭਰਿਆ ਹੋਇਆ ਇਹ ਮਕਾਨ ਕਦੀ ਕਦੀ ਖਾਲੀ ਲੱਗਣ ਲੱਗ ਪੈਂਦਾ ਏ ਤੇ ਕਿਸੇ ਪਾਸਿਓਂ ਆਵਾਜ਼ ਆਉਂਦੀ ਏ, ਲੱਗਦਾ ਏ ਮੈਂ ਬਿਮਾਰ ਨਹੀਂ ਹੋਇਆ, ਮੇਰਾ ਪੁੱਤਰ ਬਿਮਾਰ ਹੋ ਗਿਆ ਏ। ਤੇ ਮੈਂ ਘਬਰਾ ਕੇ ਬਾਹਰ ਗਲੀ ਵਿੱਚ ਆ ਜਾਂਦਾ ਵਾਂ ਜਿੱਥੇ ਮੇਰੇ ਅੱਬੇ ਦੇ ਨਾਮ ਵਾਲੀ ਚਮਕਦੀ ਹੀ ਨੇਮ ਪਲੇਟ ਮੈਨੂੰ ਆਪਣੇ ਕਲਾਵੇ ਵਿੱਚ ਲੈ ਲੈਂਦੀ। ਇਹ ਉਸ ਕਹਾਣੀ ਦਾ ਆਖਰੀ ਬੰਦ ਮੈਨੂੰ ਜਵਾਨੀ ਯਾਦ। ਬਹੁਤ ਅੱਛਾ। ਅੱਛਾ ਡਾਕਟਰ ਸਾਹਿਬ, ਇੱਕ ਜਿਤਨੇ ਫੈਸਲਾਬਾਦ ਸ਼ਹਿਰ ਦੇ ਅਦੀਬ, ਸ਼ਾਇਰ, ਦਾਨਸ਼ਵਰ 15 20 ਸਾਲ 25 ਸਾਲ ਪਹਿਲੇ ਜਿਹੜੇ ਫੌਤ ਹੋ ਗਏ ਨੇ ਜੀ ਸਰ, ਉਹਨਾਂ ਦੀ ਆਖਰੀ ਆਰਾਮਗਾਹਾਂ ਤੇ ਤੁਸੀਂ ਜਾਂਦੇ ਹੋ, ਜਾ ਕੇ ਉੱਤੇ ਫੁੱਲ ਵੀ ਪਾਉਂਦੇ ਹੋ ਤੇ ਕੋਈ ਨਾ ਕੋਈ ਪ੍ਰੋਗਰਾਮ ਵੀ ਕਰਦੇ ਹੋ, ਤੇ ਇਹ ਜਿਹੜਾ ਜਜ਼ਬਾ ਤੁਹਾਡੇ ਵਿੱਚ ਕਿਸ ਤਰ੍ਹਾਂ ਪੈਦਾ ਹੋਇਆ ਕਿ ਉਹਨਾਂ ਦੀ ਪੁੱਛ ਪ੍ਰਤੀਤ ਕੀਤੀ ਹੈ? ਜੀਂਦਿਆਂ ਦਾ ਤੇ ਹਰ ਕੋਈ ਚਾਲੂ ਬਣਦਾ ਹੈ, ਮਰਦਿਆਂ ਦਾ ਕਿਹੜਾ ਕੋਈ ਬੰਦਾ ਚਾਲੂ ਅੱਜ ਦੇ ਦੌਰ 'ਚ? ਇਹ ਸਰ ਤੁਸੀਂ ਬਹੁਤ ਅੱਛਾ ਸਵਾਲ ਕੀਤਾ। ਇਹ ਮੈਂ ਪਹਿਲੀ ਗੱਲ ਇਹ ਜੀਂਦਿਆਂ ਤੱਕ ਵੀ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰਦਾ ਜੀ। ਬਿਲਫਰਜ਼ ਅਗਰ ਮੈਂ ਕਿਸੇ ਸ਼ਾਇਰ ਨੂੰ ਜ਼ਿੰਦਗੀ 'ਚ ਨਹੀਂ ਮਿਲ ਸਕਿਆ ਜਾਂ ਉਹ ਚਲਾ ਗਿਆ, ਉਹਨਾਂ ਮੇਰਾ ਤਾਲੁਕ ਰਿਹਾ, ਤੇ ਫਿਰ ਅੱਲਾ ਦੀ ਤੌਫੀਕ ਦੇ ਨਾਲ, ਚੂੰਕਿ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਹੈ ਅਲੀ ਸ਼ਾਨ ਆ ਕਿ ਕਬਰਾਂ ਤੇ ਜਾਇਆ ਕਰੋ ਤਾਂ ਕਿ ਤੁਹਾਨੂੰ ਆਪਣੀ ਮੌਤ ਯਾਦ ਰਹੇ। ਵਾਹ। ਫਿਰ ਇਸ ਵਾਲਦੈਨ ਦੀ ਕਬਰਾਂ ਤੇ ਜਾਣਾ ਉਹ ਹੋਰ ਵੀ ਫਜ਼ੀਲਤ ਆ। ਇਸ ਤਰ੍ਹਾਂ ਕਰਕੇ ਮੈਂ ਜਦੋਂ ਵੀ ਜਾਵਾਂ ਆਪਣੇ ਵਾਲਦ ਸਾਹਿਬ ਦੀ ਕਬਰ ਤੇ ਵੀ ਜਾ ਕੇ ਮੈਂ ਸਲੂਟ ਕਰਨਾ ਵਾ। ਮੈਂ ਕਦੀ ਹੱਥ ਮਤਲਬ ਜਾ ਕੇ ਇੱਦਾਂ ਨਹੀਂ ਖੜਾ ਹੋਇਆ, ਮੈਂ ਉਹਨਾਂ ਨੂੰ ਸਲੂਟ ਕਰਨਾ ਕਿ ਉਹਨਾਂ ਦੀ ਵਜ੍ਹਾ ਨਾਲ ਅੱਜ ਮੇਰੀ ਜਿਹੜੀ ਸ਼ਨਾਖਤ ਆ। ਇਸ ਤਰ੍ਹਾਂ ਮੈਂ ਜਿੰਨੇ ਵੀ ਸਾਡੇ ਸ਼ੋਰਾ ਕਰਾਮ ਉਦੋਂ ਬਾਰੇ ਫੈਸਲਾਬਾਦ ਦੇ, ਉਹਨਾਂ ਦੇ ਕਬਰਾਂ ਤੇ ਬਲਕਿ ਮਜ਼ਾਰਾਤ ਹੀ ਕਹੋ, ਉੱਥੇ ਜਾਈਦਾ ਵਾ, ਫੁੱਲ ਲੈ ਕੇ ਜਾਈਦਾ, ਆਪਣੇ ਕੋਲ ਬੈਗ ਦੇ ਵਿੱਚ ਫੁੱਲ ਰੱਖੀਦੇ ਨੇ ਕਿ ਖਰੇ ਕਿਹੜੇ ਰਸਤੇ 'ਚ ਕਿਹੜੇ ਲੈਜੈਂਡ ਦੀ ਸ਼ਾਇਦ ਕਬਰ ਆ ਜਾਵੇ ਤੇ ਉਹ ਪਾਈ ਦੇ ਉੱਤੇ ਜੀ, ਤਾਂ ਕਿ ਲੋਕਾਂ ਨੂੰ ਅਵੇਅਰਨੈਸ ਆਵੇ। ਜਿਹੜੇ ਲੋਕ ਆਪਣੇ ਬਜ਼ੁਰਗਾਂ ਦੀਆਂ ਕਬਰਾਂ ਤੇ ਨਹੀਂ ਜਾਂਦੇ ਉਹਨਾਂ ਨੂੰ ਵੀ ਸ਼ੌਰ ਮਿਲੇ, ਔਰ ਜਿਹੜੇ ਲੋਕ ਇਹਨਾਂ ਲੋਕਾਂ ਨੂੰ ਭੁੱਲ ਚੁੱਕੇ ਨੇ, ਜਿਹੜੇ ਸਾਡੇ ਕਿਸੇ ਵਕਤ ਜਿਨ੍ਹਾਂ ਦੇ ਨਾਮ ਗੂੰਜਦੇ ਸਨ, ਉਹਨਾਂ ਦੇ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਮਿਲੇ।
ਔਰ ਲੋਕਾਂ ਦੇ ਵਿੱਚ ਉਹ ਮੁਹੱਬਤ ਦਾ ਜਜ਼ਬਾ ਪੈਦਾ ਹੋਵੇ, ਉਹਨਾਂ ਦੇ ਵਾਂਗੂ ਕੰਮ ਕਰਨ, ਇਹੀ ਮੇਰਾ ਹੁੰਦਾ ਜੀ ਉਹਨਾਂ ਵਾਸਤੇ। ਇਹ ਤੇ ਬਹੁਤ ਅੱਛੀ ਗੱਲ ਹੈ। ਲੋਕੀ ਆਪਣੇ ਘਰ ਦੇ ਯਾਨੀ ਕਿ ਆਪਣੇ ਮਾਂ ਪਿਓ ਜਾਂ ਦਾਦਾ ਪੜਦਾਦਾ ਦੇ ਕਬਰਾਂ ਤੇ ਨਹੀਂ ਜਾਂਦੇ ਜਿਸ ਤਰ੍ਹਾਂ ਤੁਸੀਂ ਜਾਂਦੇ ਹੋ, ਤੇ ਸ਼ਾਇਰ ਦੀ ਤੇ ਵੈਸੇ ਹੀ ਬਹੁਤ ਮਜ਼ਲੂਮ ਹੁੰਦੇ ਆ, ਤੇ ਜ਼ਿੰਦਗੀ 'ਚ ਵੀ ਇਗਨੋਰ ਹੁੰਦੇ ਆ, ਤੇ ਮਰਨ ਤੋਂ ਬਾਅਦ ਹੋਰ ਜ਼ਿਆਦਾ ਇਗਨੋਰ ਹੋ ਜਾਂਦੇ। ਉਹ ਤਹਿਕੀਕੀ ਕੰਮ ਵੀ ਬਹੁਤ ਕਰ ਰਹੇ ਤਹਿਕੀਕ ਤਾਂ ਜੀ ਜੋ ਜ਼ਿਆਦਾ ਉਦੋਂ ਮੈਨੂੰ ਹੋਇਆ ਨਾ, ਇੱਕ ਤਾਂ ਜਦੋਂ ਮੈਂ ਗੈਰ ਮੁਸਲਿਮ ਸ਼ੁਰਾ ਨਾਜ਼ੇ ਕਲਾਮ ਕੀਤਾ, ਉੱਥੋਂ ਮੇਰੇ ਰੁਝਾਨ ਪੈਦਾ ਹੋਇਆ। ਫਿਰ ਮੈਂ ਐਮਫਿਲ 'ਚ ਦਾਖਲਾ ਲਿਆ, ਤੇ ਐਮਫਿਲ ਦਾ ਵੀ ਮੌਜੂ ਮੈਂ ਆਪਣੇ ਬਜ਼ੁਰਗਾਂ ਨੂੰ ਬਣਾਇਆ। ਨੂਰ ਮੁਹੰਮਦ ਕਪੂਰਥਲੇ ਦਾ ਫਿਕਰ ਦੇ, ਉਹਨਾਂ ਨੇ ਉਰਦੂ 'ਚ ਵੀ ਲਿਖਿਆ ਸੀ ਕਲਾਮ, 3 ਕਿਤਾਬਾਂ ਸੀ, ਮੈਂ ਉਹਨਾਂ ਦੇ ਉੱਤੇ ਰਿਸਰਚ ਕੀਤੀ, ਸਹੀ ਹੈ ਹਵਾਲੋ ਅਸਾਰ ਦੇ ਉੱਤੇ। ਜੀ ਜੀ। ਤੇ ਫਿਰ ਜਦੋਂ ਉਸ ਤੋਂ ਐਮਫਿਲ ਕਰ ਲਿਆ, ਫਿਰ ਮੈਂ PhD ਦਾ ਕੰਮ ਕਰਨਾ ਸੀਗਾ। ਫਿਰ ਮੈਂ ਫੈਸਲਾਬਾਦ ਦਾ, ਮੇਰੇ ਉਸਤਾਦ ਸੀ, ਉਹਨਾਂ ਨੇ ਕਿਹਾ ਕਿ ਫੈਸਲਾਬਾਦ ਬਹੁਤ ਬੜਾ ਹਾਂ ਇੱਕ ਮਤਲਬ ਦਬਸਤਾਨ ਆ ਅਦਬ ਦਾ, ਬਿਲਕੁਲ। ਤਾਂ ਤੁਸੀਂ ਇੱਥੇ ਹੀ ਕੰਮ ਕਰੋ। ਹੂੰ ਉਰਦੂ ਦੇ ਵਿੱਚ ਆ ਫੈਸਲਾਬਾਦ ਦੀ ਅਦਬੀ ਤਾਰੀਖ, ਹੂੰ ਯਾਨੀ ਕਿ ਮੈਂ ਪਾਕਿਸਤਾਨ ਤੋਂ ਪਹਿਲੇ ਸੀ, ਯਾਨੀ ਕਹਿ ਲਓ ਕਿ 100 ਸਾਲਾਂ ਤੋਂ ਜਿਹੜੀ ਤਾਰੀਖ ਸਮੋ ਦਿੱਤੀ ਮੈਂ, ਯਾਨੀ ਕਿ ਉਹਦੀ तमाम ਅਸਨਾਫੇ ਸੁਗਨ ਉਹਦੇ ਵਿੱਚ ਆ, ਹਮਦ, ਨਾਤ, ਗਜ਼ਲ, ਕਾਲਮ ਨਗਾਰੀ, ਅਫਸਾਨਾ ਨਗਾਰੀ, ਡਰਾਮਾ ਨਗਾਰੀ, ਸਫਰਨਾਮਾ ਨਗਾਰੀ, ਉਹ ਸਾਰੀਆਂ ਜਿੰਨੀਆਂ ਵੀ ਅਸਨਾਫੇ ਸੁਗਨ ਆ ਉਹਨੂੰ ਮੈਂ ਸਮੇਟਿਆ। ਹਾਂ ਚੀਜ਼ ਹੈ। ਥੋੜਾ ਤਾਰਫ ਰਾਈਟਰ ਦਾ, ਹਾਂ ਹਾਂ ਮੁਸੰਨਫ ਦਾ, ਜਿਹੜੇ ਅੱਗੇ ਉਹਦਾ ਜੋ ਉਹਨੇ ਕੰਮ ਕੀਤਾ, ਉਹਦਾ ਫਨ ਉੱਤੇ ਤਹਿਕੀਕੀ ਤਨਕੀਦੀ ਜ਼ਿਆਦਾ ਹੋ, ਜੋ ਉਹਨੇ ਕੰਮ ਕੀਤਾ ਉਹ ਤੁਸੀਂ ਹਾਂਜੀ ਉਹ 600 ਤੋਂ ਜ਼ਿਆਦਾ ਸਫਾਤ ਨੇ। ਉਹ ਕਿਤਾਬ ਸ਼ਾਇਦ ਹੋ ਗਈ ਨਹੀਂ ਹੋਈ ਨਹੀਂ, ਹਲੇ ਕੰਮ ਜਾਰੀ ਮਕਾਲਾ, ਹਾਂਜੀ ਉਹਦੇ ਚ ਕੋਈ ਹਲੇ ਮੈਂ ਚਾਹੁੰਦਾ ਕਿ ਜਿਹੜੇ ਨਵੇਂ ਕਈ ਹੋਰ ਲੋਕਾਂ ਦੇ ਕਿਤਾਬਾਂ ਉਹ ਵੀ ਸ਼ਾਮਲ ਕਰ ਲਵਾਂ, ਜ਼ਿਆਦਾ ਕੰਮ ਹੋ ਤੇ ਜਾਵੇ। ਫੈਸਲਾਬਾਦ ਤੇ ਵੀ ਤੁਸੀਂ ਤਾਰੀਖ ਜਿਹੜੀ ਪੂਰੀ ਲਿਖ ਰਹੇ ਜੀ। ਹਾਂਜੀ ਉਹੀ ਫੈਸਲਾਬਾਦ ਜਿਹੜੀ ਤਾਰੀਖ ਦੱਸੇ ਨਾ, ਤੀਸਰੇ ਦੀ ਰੋਸ਼ਨੀ, ਹਾਂਜੀ ਮੇਰਾ ਮੌਜੂ ਇਹ ਹੈ ਫੈਸਲਾਬਾਦ। ਤੁਸੀਂ ਮਾਸ਼ਾਅੱਲਾ ਅਫਸਾਨੇ ਵੱਲ ਵੀ ਆ ਗਏ। ਅਫਸਾਨੇ ਮੇਰੀ ਸਰ ਪਹਿਲੇ ਛਪੀ ਸੀ ਕਿਤਾਬ, ਬਹੁਤ ਦੇਰ ਪਹਿਲੇ। ਅੱਛਾ ਅੱਛਾ, ਲੇਕਿਨ ਉਹ ਮੁझे ਆਮਦਨੀ ਸੀ ਆਈ ਸ਼ਾਇਦ ਨਹੀਂ ਛਪੀ ਪਹਿਲੇ ਨਹੀਂ, ਉਹ ਪੰਜਾਬੀ ਦੇ ਸੀਗੇ ਤੇ ਉਹ ਲਿਆਸ ਘੁੰਮਣ ਸਾਹਿਬ ਨੇ ਛਾਪੀ ਸੀ। ਅੱਛਾ ਅੱਛਾ ਇਸ ਗੱਲ ਨੂੰ ਵੀ 18-20 ਸਾਲ ਹੋ ਗਏ। ਅੱਛਾ। ਤੇ ਉਹਦੇ ਚ ਮੈਂ ਕਹਾਣੀ ਪੜ੍ਹੀ ਸੀਗੀ ਹਲਕਾ ਬਾਬੇ ਦੋ, ਤੇ ਜਿਹੜੇ ਉਹਦੇ ਜੋ ਵੀ ਲੋਕ ਵੀ ਜਿਨ੍ਹਾਂ ਨੇ ਤਨਕੀਦ ਨਹੀਂ ਤਨਕੀਸ ਕੀਤੀ ਸੀ, ਹਾਂ ਹਾਂ ਤਨਕੀਸ ਖਾਸ ਤੌਰ ਤੇ ਜਿਹੜੀ ਉਹਨਾਂ ਦਾ ਕੰਮ ਹੀ ਹੈਗਾ ਵੀ ਉੱਥੇ ਆ ਕੇ ਨਾ ਆਪਣਾ ਪਗੜੀਆਂ ਛੱਲਣੀਆਂ, ਤੇ ਮੈਂ ਉਹਨਾਂ ਨੂੰ ਦੱਸਿਆ ਕਿ 18 ਸਾਲ ਪਹਿਲੇ ਛਪੀ ਆ, ਅਫਸਾਨਾ ਛਪਿਆ ਵਾ, ਮਜਬੂਰ ਕੀਤਾ ਤੇ ਮੈਂ ਇੱਥੇ ਪੇਸ਼ ਕੀਤਾ, ਤੇ ਮੈਂ ਇਸ ਤੋਂ ਅਵਾਇਡ ਕਰਦਾ ਇਹੋ ਜਿਹੀ। ਅੱਛਾ, ਇਹ ਜਿਹੜਾ ਆਪਣਾ ਹਲਕਾ ਅਰਬਾਬੇ ਜ਼ੋਗ ਹੈ, ਮੈਂ ਸਮਝਦਾ ਕਿ ਇੱਥੇ ਉਹ ਲੋਕ ਬੈਠਦੇ ਜਿਨ੍ਹਾਂ ਨੂੰ ਖੁਦ ਨਹੀਂ ਪਤਾ ਅਫਸਾਨਾ ਹੁੰਦਾ ਜੀ। ਉਹ ਅੱਛਾ, ਉਹਦੇ ਵਿੱਚ ਉਹਨਾਂ ਲੋਕਾਂ ਨੇ ਤਨਕੀਸ ਕੀਤੀ, ਤਨਕੀਦ ਨਹੀਂ, ਇਹਨਾਂ ਨੂੰ ਪਤਾ ਨਹੀਂ ਪਈ ਤਨਕੀਦ ਕੀ ਹੁੰਦੀ, ਤਨਕੀਸ ਕੀ ਹੁੰਦੀ ਆ, ਜਿਨ੍ਹਾਂ ਨੂੰ ਖੁਦ ਨਹੀਂ ਪਤਾ ਕਿ ਪਲਾਟ ਕੀ ਹੁੰਦਾ, ਉਹਦਾ ਅੰਤ ਕੀ ਹੁੰਦਾ, ਸਟਾਰਟ ਕੀ ਹੁੰਦਾ, ਕਲਾਈਮੈਕਸ ਕੀ ਹੈ, ਕਲਾਈਮੈਕਸ, ਉਹ ਉਹਨਾਂ ਨੇ ਬਹੁਤ ਚੜ ਕੇ ਹਿੱਸਾ ਲਿਆ ਉਹਦੇ ਚ ਲੱਗਾ, ਉਹਨਾਂ ਨੂੰ ਪਤਾ ਹੀ ਨਹੀਂ ਲੱਗਾ। ਹਾਂਜੀ, ਤੇ ਉਹ ਫਿਰ ਤੁਹਾਡੇ ਵਾਲੀ ਗੱਲ ਸਹੀ ਹੈ ਕਿ ਉਹਨਾਂ ਨੂੰ ਖੁਦ ਨਹੀਂ ਪਤਾ ਕਿ ਅਫਸਾਨਾ ਨਗਾਰੀ ਹੁੰਦੀ ਕੀ, ਕਹਾਣੀ ਕੀ ਹੁੰਦੀ ਆ। ਮੈਂ ਖੁਦ ਵੀ ਅਟੈਂਡ ਕੀਤੇ ਨਾ ਜੀ, ਇੱਕ ਉਹ ਖਾਤੂਨ ਨੇ ਇੱਕ ਦਫਾ ਅਫਸਾਨਾ ਹੈ ਤਾਂ ਉਹਨਾਂ ਨੇ ਇਹਦੀ ਇੰਨੀ ਤਨਕੀਦ ਕੀਤੀ, ਮੈਂ ਸਿਰਫ ਇੰਨੀ ਕੀ ਗੱਲ ਕਹੀ, ਮੈਂ ਕਿਹਾ ਜਿੱਥੋਂ ਅਫਸਾਨਾ ਖਤਮ ਕੀਤਾ ਨਾ, ਅਸਲ ਜਿੱਥੋਂ ਕਹਾਣੀ ਸ਼ੁਰੂ ਹੁੰਦੀ ਆ, ਸਾਰੇ ਲੋਕਾਂ ਦਾ ਰੁਖ ਹੀ ਬਦਲ ਗਿਆ। ਇਸ ਤਰ੍ਹਾਂ ਕੋਈ ਇਸ ਤਰੀਕੇ ਨਾਲ ਕਰਦੇ ਦਾ ਮਤਲਬ ਇਹ ਹੈ ਕਿ ਉਹ ਲੋਕ ਨੂੰ ਉੱਠਣ ਨਹੀਂ ਜ਼ਿਆਦਾ ਦਿੰਦੇ। ਇਦਾਂ ਅਫਸਾਨਾ ਅਸਲ ਸਰ ਪਤਾ ਕੀ ਹੈ, ਮੈਂ ਦੇਖਿਆ ਕਿ ਇੱਕ ਗਰੁੱਪ ਬੰਦੀ ਆ, ਹਾਂਜੀ ਹਾਂਜੀ, ਆਪਣੇ ਜਦੋਂ ਇਹ ਪ੍ਰੋਗਰਾਮ ਕਰਦੇ ਨਾ, ਵਿੱਚ ਇੱਕ ਧੜੇ ਬੰਦੀ ਹੁੰਦੀ, ਉਹ ਬੰਦੇ ਆਪਣੇ ਧੜੇ ਦੇ ਬੰਦੇ ਨੂੰ ਬੁਲਾਉਂਦੇ ਆ ਕਿ ਤਾਂ ਆ ਕੇ ਸਾਡੇ ਉੱਪਰ ਆ ਕੇ ਸਾਡੇ ਕਿਸੇ ਦੇ ਪੜੇ। ਮੈਂ ਉਹਦੇ ਇਕੱਲਾ ਹੀ ਗਿਆ, ਬਿਲਕੁਲ ਮੇਰੇ ਉੱਤੇ ਕੋਈ ਐਸੇ ਸ਼ਨਾਸਾ ਨਹੀਂ ਸੀ ਚਿਹਰੇ, ਬਿਲਕੁਲ ਬਿਲਕੁਲ, ਉਹ ਆਮ ਜਿਹੜੇ ਜਿਨ੍ਹਾਂ ਨੇ ਮੇਰੀ ਨਾ ਇੱਕ ਸਰਸਰੀ ਦਾ ਤਲਕ ਆਤਾ, ਜੀ ਜੀ, ਉਹਨਾਂ ਬੰਦਿਆਂ ਨੇ ਜਿਹਨੇ ਦੇਖਿਆ ਵੀ ਬੰਦਾ ਆ ਗਿਆ ਕਾਬੂ। ਹਾਂ ਹਾਂ, ਇਹ ਤੋਂ ਪਹਿਲੇ ਵੀ ਵਾਕਿਆਤ ਕਈ ਵਾਰੀ ਮੇਰੇ ਹੋਏ, ਬਿਲਕੁਲ ਐਸਾ। ਐਵੇਂ ਸ਼ਬਾਬ ਖਾਬਰ ਮੈਨੂੰ ਲੈ ਜਾਂਦਾ ਸੀਗਾ ਕਹਾਣੀ ਵਾਸਤੇ, ਉੱਥੇ ਵੀ ਇਦਾਂ ਦੇ ਮਾਮਲਾਤ ਹੋਏ। ਫਿਰ ਡਾਕਟਰ ਆਲਮ ਸਾਹਿਬ ਮੈਨੂੰ ਨਹੀਂ ਜਾਣਦੇ, ਬਾਅਦ ਮੇਰੇ ਉਸਤਾਦ ਵੀ ਬਣੇ ਲਾਹੌਰ ਜਦੋਂ ਬਣ ਗਿਆ PhD ਵਾਸਤੇ, ਤੇ ਲੇਕਿਨ ਉਹਨਾਂ ਨੇ ਉੱਥੇ ਮੇਰੀ ਸਾਈਡ ਲਈ ਅਫਸਾਨੇ ਦੇ ਉੱਤੇ ਦੱਸਿਆ ਕਿ ਅਫਸਾਨਾ ਹੁੰਦਾ ਕੀ ਆ, ਤੇ ਇਸ ਬੰਦੇ ਨੇ ਕੋਸ਼ਿਸ਼ ਕੀਤੀ ਹੈ, ਇਹਦਾ ਹੌਸਲਾ ਵਧਣਾ ਚਾਹੀਦਾ ਵਾ, ਇਹਦੇ ਵਿੱਚ ਸਾਰਾ ਸਾਡਾ ਸਾਡੀ ਰਹਿਤਲ ਬਹਿਤਲ ਵਸੇਬ, ਸਾਨੂੰ ਜਿਹੜੇ ਕਿਰਦਾਰ ਰੋਂਦੇ ਹੋਏ ਹੱਸਦੇ ਹੋਏ ਨਜ਼ਰ ਆਉਂਦੇ ਨੇ, ਬੜਾ ਕੁਛ ਉਹਨਾਂ ਲੱਗਿਆ। ਲੇਕਿਨ ਇਹ ਤਾਂ ਜ਼ਿਆਦਾਤਰ ਪਗੜੀਆਂ ਚੱਲਦੇ, ਹਾਂ ਪਗੜੀਆਂ ਚੱਲਦੇ। ਹੁਣ ਤੁਸੀਂ ਅੱਛਾ ਕਰਦੇ ਜਿਹੜਾ ਆਪਣਾ ਅਫਸਾਨਾ ਤੁਸੀਂ ਸੋਸ਼ਲ ਮੀਡੀਆ ਲਾਉਂਦੇ ਨੇ, ਔਰ ਸਾਨੂੰ ਲੋਕਾਂ ਨੂੰ ਵੀ ਪਤਾ ਲੱਗਦਾ ਕਿ ਜ਼ਾਰਜ਼ਾਦ ਬਹੁਤ ਪਹਿਲੇ ਅਫਸਾਨੇ ਦੀ ਲਾਈਨ 'ਚ ਹੈ ਇਸ ਗੱਲ ਨੂੰ। ਅੱਛਾ, ਜਿਹੜੀ ਤੁਹਾਡੀ PhD ਹੈ ਇਹ ਲਾਹੌਰ ਤੋਂ ਹੈ? ਹਾਂਜੀ, ਕਿਉਂਕਿ ਮੈਂ ਲਿਖਿਆ ਜ਼ਿਆਦਾ ਪੰਜਾਬੀ 'ਚ ਤੇ ਪੜ੍ਹਿਆ ਜ਼ਿਆਦਾ ਉਰਦੂ ਨੂੰ, ਫਿਰ ਦੁਬਾਰਾ ਕਿਉਂਕਿ MPhil ਉਰਦੂ, MA ਉਰਦੂ, 4 ਸਬਜੈਕਟ 'ਚ ਮੈਂ ਮਾਸਟਰ ਕੀਤਾ, MPhil ਫਿਰ ਕੀਤਾ, ਤੇ ਉਹਦਾ ਵੀ ਮੇਰਾ ਮੌਜੂ ਸੀ ਨੂਰ ਮੁਹੰਮਦ ਨੂਰ ਕਪੂਰਥਲਵੀ ਅਥੀਸੇ ਦਾ, ਆਪਣੇ ਬਜ਼ੁਰਗਾਂ ਦੇ ਉੱਤੇ ਮੈਂ ਕੰਮ ਕੀਤਾ ਜੀ। ਹਾਂਜੀ, ਤੇ ਇਸ ਤਰ੍ਹਾਂ ਇਹ ਜਦੋਂ ਮੈਂ MPhil ਕੀਤਾ ਇੱਥੋਂ ਫੈਸਲਾਬਾਦ ਰਿਫਾ ਇੰਟਰਨੈਸ਼ਨਲ ਯੂਨੀਵਰਸਿਟੀ, ਅੱਛਾ ਅੱਛਾ, ਫਿਰ ਇੱਥੋਂ ਮੈਂ ਚਲਾ ਗਿਆ ਲਾਹੌਰ, ਉੱਥੇ ਵੀਕਐਂਡ ਪ੍ਰੋਗਰਾਮ ਦਿੱਤਾ, PhD ਕਲਾਸਾਂ ਲੱਗਦੀਆਂ। ਅੱਛਾ ਅੱਛਾ ਅੱਛਾ, ਸਹੀ, ਯਾਨੀ ਹਫਤਾ ਔਰ ਇਤਵਾਰ, ਸਹੀ। ਮੈਂ ਹਫਤੇ ਨੂੰ ਆਪਣਾ ਡਿਊਟੀ ਤੋਂ ਇੱਥੋਂ ਫਾਰਗ ਹੋ ਕੇ, ਯਾਨੀ ਕਿ ਜੁਮੇ ਨੂੰ ਚਲੇ ਜਾਂਦਾ ਸੀਗਾ ਛੁੱਟੀ ਲੈ ਕੇ, ਤੇ ਬਾਅਦ ਕੋਈ ਸ਼ਾਮ ਨੂੰ ਹਫਤੇ ਨੂੰ ਚਲੇ ਜਾਣਾ, ਰਾਤ ਉੱਥੇ ਭਾਣਜਾ ਰਹਿੰਦਾ ਸੀਗਾ ਇੱਕ ਅਸਕਰੀ ਕਲੋਨੀ 'ਚ, ਅਸਕਰੀ ਟੈਨੇ ਦੇ ਵਿੱਚ,
ਉਦੋਂ ਕੋ ਮੈਂ ਉਹ ਇੱਧਰ ਆ ਜਾ ਫੈਸਲਾਬਾਦ ਆ ਜਾਂਦਾ, ਮੈਂ ਉੱਥੇ ਜਾਣਾ। ਇਹ ਫਿਰ ਉੱਥੋਂ ਸਰ ਕਲਾ ਜਿਹੜਾ ਉਹਦਾ ਸੀ ਕੋਰਸ ਵਰਕ, ਇਹ ਸਾਲ ਦਾ ਹੁੰਦਾ PhD ਦਾ। ਇਸ ਤਰ੍ਹਾਂ ਕਰਕੇ ਮੈਂ ਸਾਲ ਕੋਰਸ ਵਰਕ ਵਾਸਤੇ ਜਾਂਦਾ ਰਿਹਾ, ਜਿਹਦੇ ਚ ਇਮਤਿਹਾਨ ਆਏ, 3 ਦਿਨ ਵੀ ਰਹਿਣਾ ਪਿਆ, 4 ਦਿਨ ਵੀ। ਇਹ ਫਿਰ ਮੈਂ PhD ਉੱਥੋਂ, ਫਿਰ ਉਹਦੇ ਵਿੱਚ COVID-19 ਵੀ ਆਇਆ, ਉਹ ਵੀ ਉਹਦੇ ਵਿੱਚ ਇਸੇ ਡਿਊਰੇਸ਼ਨ ਚ ਆਇਆ, ਮੇਰੇ ਉਹ ਮਸਾਇਲ ਬਣੇ ਤੇ ਉੱਥੋਂ ਮੈਂ PhD ਕੀਤੀ। ਮੇਰਾ ਮੌਜੂ ਹੈ ਫੈਸਲਾਬਾਦ ਕੀ ਅਦਬੀ ਤਾਰੀਖ। ਇਹ ਤੁਹਾਡਾ PhD ਦਾ ਮੇਰਾ ਮਕਾਲਾ ਜੀ, ਮਾਸ਼ਾਅੱਲਾ ਜੀ। ਇਹ ਯਾਨੀ ਕਿ ਇਹਦੇ ਵਿੱਚ ਫੈਸਲਾਬਾਦ ਦੇ तमाम ਜਿਹੜੇ ਅਸਨਾਫੇ ਸੁਖਨ ਆ, ਜਿਹਦੇ ਵਿੱਚ ਹਮਦ, ਨਾਤ, ਗਜ਼ਲ, ਹਾਂਜੀ, ਉਹਦੇ ਚ ਅਫਸਾਨਾ, ਡਰਾਮਾ, ਕਾਲਮ, ਸਫਰਨਾਮਾ, ਹਾਂਜੀ, ਸਾਰੀ ਜਿੰਨੇ ਅਸਨਾਫੇ ਸੁਖਨ ਉਹਨੂੰ ਮੈਂ ਇਹਦੇ ਵਿੱਚ ਕਲਮਬੰਦ ਕੀਤਾ, ਇਹਦੇ ਤਹਿਕੀਕ ਕੀਤੀ, ਉਹਦੀ ਤਨਗੀ। ਇਹਦੇ ਵਿੱਚ ਸ਼ੋਰਾ ਕਰਾਮ, ਅਦਬਾ, ਉਦਬਾ, ਇਹਨਾਂ ਦੇ ਅਸੀਂ ਤਾਰਫ ਲਿਖੇ ਪਹਿਲੇ, ਉਸ ਤੋਂ ਬਾਅਦ ਅਸੀਂ ਉਹਨਾਂ ਦਾ ਜਿਹੜਾ ਤਨਕੀਦੀ ਜਾਇਜ਼ਾ ਲਿਆ, ਤਹਿਕੀਕੀ ਜਾਇਜ਼ਾ ਲਿਆ। ਅੱਛਾ ਡਾਕਟਰ ਸਾਹਿਬ, ਅਮੂਮਨ ਦੇਖਿਆ ਜਾਂਦਾ ਹੈ ਕਿ ਜਦੋਂ ਬੰਦੇ PhD ਹੋ ਜਾਂਦੇ ਨੇ, ਉਹਨਾਂ ਦਾ ਅਸਲੂਬ ਜਿਹੜਾ ਵਾ ਉਹ ਮੁਸ਼ਕਲ ਹੋ ਜਾਂਦਾ, ਲੇਕਿਨ ਤੁਹਾਡੀਆਂ ਜਿਹੜੀਆਂ ਤਹਿਰੀਰਾਂ ਨੇ ਆਮ ਫਹਿਮੀ ਦਾ ਤਾਸਲ, ਉਹ ਜੀ ਕੋਈ ਖਾਸ ਵਜ੍ਹਾ? ਆਮ ਫਹਿਮੀ ਇਹ ਜੀ ਕਿ ਮੈਂ ਚੂੰਕਿ ਜ਼ਾਤੀ ਤੌਰ ਤੇ ਇੱਕ ਆਪਣੇ ਆਪ ਨੂੰ ਪਹਿਲੀ ਗੱਲ ਸਟੂਡੈਂਟ ਸਮਝਦਾ, ਵਿਦਿਆਰਥੀ ਕਲਚਰ ਚ ਰੰਗਿਆ ਹੈ, ਤੇ ਇੱਕ ਮਤਲਬ ਰਾਈਟਰ ਸਮਝਣਾ। ਫਿਰ ਮੇਰੇ ਖਾਸ ਦੋਸਤ ਜਿਹੜੇ ਆ ਉਹ ਵੀ ਇਸ ਤਰ੍ਹਾਂ ਹੀ ਮੈਨੂੰ ਗਾਈਡ ਕਰਦੇ, ਜਿਨ੍ਹਾਂ 'ਚ ਮੇਰੇ ਬਹੁਤ ਪਿਆਰੇ ਦੋਸਤ ਪ੍ਰੋਫੈਸਰ ਡਾਕਟਰ ਰਿਆਜ਼ਮ ਕਾਦਰੀ ਸਾਹਿਬ ਨੇ, ਜਿਵੇਂ ਕਿ ਉਹ ਖੁਦ ਅੰਗਰੇਜ਼ੀ ਦੇ ਉਸਤਾਦ ਨੇ, ਲੇਕਿਨ ਉਹ ਅੰਗਰੇਜ਼ੀ ਦੇ ਉਸਤਾਦ ਹੋਣ ਦੇ ਬਾਵਜੂਦ ਹੀ ਉਰਦੂ ਔਰ ਪੰਜਾਬੀ ਲਿਖ ਰਹੇ ਨੇ। ਉਹਨਾਂ ਨੂੰ ਕੋਈ ਕਿਸੇ ਨੂੰ ਸ਼ਬਾ ਨਹੀਂ ਹੁੰਦਾ, ਸ਼ੁਬਾ ਇਹਨਾਂ ਤੇ ਇਹ ਅੰਗਰੇਜ਼ੀ ਦੇ ਉਸਤਾਦ ਨੇ, ਐਸਾ ਸ਼ਾਇਬਾ ਹੀ ਨਹੀਂ ਹੁੰਦਾ, ਕਿਉਂਕਿ ਉਹ ਅੰਗਰੇਜ਼ੀ ਦੇ ਉਸਤਾਦ ਹੋਣ ਦੇ ਬਾਵਜੂਦ ਵੀ ਉਹ ਅੰਗਰੇਜ਼ੀ ਪੜ੍ਹਾਉਂਦੇ ਐਵੇਂ ਲੱਗਦਾ ਕਿ ਪੰਜਾਬੀ ਪੜ੍ਹਾ ਰਹੇ ਨੇ। ਇਹੋ ਜਿਹੇ ਬੰਦਿਆਂ ਕੋਲ ਬੈਠ ਕੇ, ਇਹੋ ਜਿਹੇ ਬੰਦਿਆਂ ਦੀ ਤਰਬੀਅਤ 'ਚ ਸਿੱਖ ਕੇ ਮੈਨੂੰ ਵੀ ਇਹੀ ਹੋਇਆ, ਕਦੇ ਵੀ ਹੱਥ ਮੈਨੂੰ ਨਹੀਂ ਹੋਇਆ। ਮੈਂ ਆਪਣਾ ਤਾਲਿਬ ਇਲਮ ਵੀ ਸਮਝਦਾ, ਕਿਉਂਕਿ ਪੰਜਾਬੀ ਮੈਂ ਲਿਖਿਆ ਜਿੰਨਾ ਵੀ ਲਿਖਿਆ ਅੱਜ ਤੱਕ। ਲੇਕਿਨ ਕੁਛ ਅਰਸੇ ਤੋਂ ਜਨਾਬ ਰਿਆਜ਼ ਅਹਿਮਦ ਕਾਦਰੀ ਸਾਹਿਬ ਦੀ ਤਹਿਰੀਕ ਤੇ ਮੈਨੂੰ ਨਾਤਾਂ ਵੱਲ ਇਹਨਾਂ ਨੇ ਮਾਇਲ ਕਰ ਦਿੱਤਾ, ਔਰ ਹੁਣ ਮੈਨੂੰ ਸੁੱਤਿਆਂ ਹੋਇਆਂ ਵੀ, ਮੋਟਰਸਾਈਕਲ ਤੇ ਜਾਂਦਿਆਂ ਹੋਇਆਂ ਵੀ ਕਾਫੀ ਅਰਦੇ ਵੀ ਮੇਰੇ ਦਿਮਾਗ 'ਚ ਘੁੰਮ ਰਹੇ ਹੁੰਦੇ ਨੇ, ਖਿਆਲ ਘੁੰਮ ਰਹੇ ਹੁੰਦੇ ਨੇ, ਸਰਕਾਰ ਦੇ ਮੌਜੂਜ਼ਾਤ ਹੁੰਦੇ ਨੇ, ਸਰਕਾਰ ਦੇ ਗਜ਼ਵਾਤ ਆ ਰਹੇ ਨੇ, ਮੇਰੀ ਸੋਚ ਨਾਤ ਦੇ ਗਿਰਦ ਘੁੰਮ ਰਹੀ ਆ, ਕਿਉਂਕਿ ਇਹਨਾਂ ਨੇ ਮੋਲਡ ਕਰ ਦਿੱਤਾ ਮੈਨੂੰ ਨਾਤ ਵਾਲਾ। ਤੇ ਡਾਕਟਰ ਸਾਹਿਬ, ਅਸੀਂ ਤੁਹਾਡਾ ਕੋਈ ਕਲਾਮ ਸੁਣਨਾ ਚਾਹਾਂਗੇ ਜਿਹੜਾ ਕਲਾਮ ਜੀ ਪੰਜਾਬੀ ਦਾ ਮੈਂ ਹੁਣ ਤੁਹਾਨੂੰ ਸੁਣਾਵਾਂਗਾ, ਕਹੋਗੇ ਤੁਸੀਂ ਅਸੀਂ ਨਾਤ ਵੀ ਤੁਹਾਨੂੰ ਸੁਣਾਵਾਂਗੇ ਉਰਦੂ ਦੇ ਵਿੱਚ, ਲੇਕਿਨ ਇਹ ਫਿਲਹਾਲ ਮੈਂ ਤੁਹਾਨੂੰ ਸੁਣਾਵਾਂਗਾ। ਇਹ ਨਾਤ ਹੈ ਜੀ ਕਿ ਹਲੀਮਾ ਦੀ ਅੱਖਾਂ ਦੇ ਤਾਰੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਜਹਾਨਾ ਦੋਹਾਂ ਦੇ ਦੁਲਾਰੇ ਮੁਹੰਮਦ, ਖੁਦਾ ਨੇ ਹੀ ਬੇਸ਼ੱਕ ਬਣਾਇਆ ਜਹਾਂ ਏ, ਖੁਦਾ ਦੇ ਜਹਾਂ ਨੂੰ ਸ਼ਿੰਗਾਰੇ ਮੁਹੰਮਦ। ਨਾ ਦੌਲਤ ਨਾ ਮਨਸਬ ਨਾ ਆਮਾਲ ਪੱਲੇ, ਨਾ ਦੌਲਤ ਨਾ ਮਨਸਬ ਨਾ ਆਮਾਲ ਪੱਲੇ, ਅਸਾਂ ਬੇਬਸਾਂ ਦੇ ਸਹਾਰੇ ਮੁਹੰਮਦ। ਜੇ ਸੂਰਜ ਨੂੰ ਮੋੜਨ ਤੇ ਚੰਨ ਤੋੜ ਜੋੜਨ, ਬਸ ਉਂਗਲੀ ਦੇ ਕਰਕੇ ਇਸ਼ਾਰੇ ਮੁਹੰਮਦ। ਖੁਦਾਵੰਦ ਆਲਮ ਦੇ ਮਹਿਬੂਬ ਵੀ ਨੇ, ਖੁਦਾਵੰਦ ਆਲਮ ਦੇ ਮਹਿਬੂਬ ਵੀ ਨੇ, ਹਰ ਇੱਕ ਪਿਆਰੀ ਹਸਤੀ ਤੋਂ ਪਿਆਰੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ। ਜੇ ਗਰਦਾਬ ਵਿੱਚ ਸਾਡੇ ਬੇੜੇ ਨੇ ਫਸਦੇ, ਜੇ ਗਰਦਾਬ ਵਿੱਚ ਸਾਡੇ ਬੇੜੇ ਨੇ ਫਸਦੇ, ਪਚਾਵਣ ਉਹਨਾਂ ਨੂੰ ਕਿਨਾਰੇ ਮੁਹੰਮਦ। ਉਹ ਲਮਹੇ ਨੇ ਇਜ਼ਹਾਰ ਦੋ ਜਗ ਦਾ ਚਾਨਣ, ਜੋ ਗਾਰੇ ਹੀਰਾ ਵਿੱਚ ਗੁਜ਼ਾਰੇ ਮੁਹੰਮਦ। ਮੈਂ ਗਜ਼ਲਾਂ ਵੀ ਲਿਖੀਆਂ ਬੜੀਆਂ, ਲੇਕਿਨ ਇਹ ਹੁਣ ਕੁਛ ਅਰਸੇ ਤੋਂ ਜਿਵੇਂ ਕਿ ਬਿਆਨ ਕੀਤਾ, ਗਜ਼ਲ ਅਸੀਂ ਤੁਹਾਡੇ ਕੋਲ ਅੱਗੇ ਸੁਣਦੇ ਹਾਂ। ਹਾਂਜੀ। ਅੱਛਾ ਡਾਕਟਰ ਸਾਹਿਬ, ਤੁਸੀਂ ਅਰੂਜ਼ਦਾਨੀ ਤੇ ਫਨੀ ਮਹਾਸਨ ਤੇ ਜਿੰਨਾ ਤੁਹਾਨੂੰ ਅਬੂਰ ਹਾਸਲ ਹੈ, ਜੀ ਜੀ, ਇਸ ਲਿਹਾਜ਼ ਨਾਲ ਖਸੂਸਨ ਸੋਸ਼ਲ ਮੀਡੀਆ ਤੇ ਜਿਹੜੀ ਸ਼ਾਇਰੀ ਅੱਜ ਕੱਲ ਆ ਰਹੀ ਹੈ, ਉਹਦੇ ਦਿਲ ਤੇ ਤੁਹਾਡਾ ਦੁੱਖ ਤਾਂ ਹੋਏਗਾ ਕਿ ਯਾਰ ਇਹ ਕੀ ਚੱਲ ਰਿਹਾ। ਉਹਦੇ ਤੇ ਦੇਖੋ ਜੀ, ਹੁਣ ਤਾਂ ਹਰ ਬੰਦਾ ਹੀ ਸ਼ਾਇਰ ਨਜ਼ਰ ਆਉਂਦਾ, ਆਪਣੇ ਆਪਣੇ ਤੌਰ ਤੇ ਲੋਕ ਲੱਗੇ ਹੋਏ ਨੇ, ਲੇਕਿਨ ਮੈਨੂੰ ਤੇ ਰਿਆਜ਼ ਅਹਿਮਦ ਕਾਦਰੀ ਸਾਹਿਬ ਦਾ ਬੜਾ ਅੱਛਾ ਲੱਗਦਾ ਕੌਲ। ਉਹ ਕਹਿੰਦੇ ਆ ਕਿ ਭਈ ਆਪਣਾ ਡਾਇਰੈਕਸ਼ਨ ਸਿੱਧੀ ਰੱਖੋ, ਕਿਸੇ ਵੱਲ ਇੱਧਰ ਉੱਧਰ ਕਿਸੇ ਨੂੰ ਆਪਣਾ ਬਕਜ਼ਾਇਆ ਨਾ ਕਰੋ, ਕਿਉਂਕਿ ਤੁਹਾਡੀ ਅਗਰ ਦੂਸਰੇ ਬੰਦੇ ਪਾਸੇ ਹੋਏਗੀ ਬਹਿਸ ਮੁਬਾਸਾ, ਤੁਸੀਂ ਆਪਣੀ ਮੰਜ਼ਿਲ ਤੋਂ ਖੁੰਝ ਜਾਓਗੇ। ਸਹੀ, ਅਸੀਂ ਆਪਣੀ ਮੰਜ਼ਿਲ ਤੇ ਸਿੱਧੇ ਜਾ ਰਹੇ ਹਾਂ, ਅਸੀਂ ਆਪਣਾ ਕੰਮ ਜਿਹੜਾ ਵਾ ਪੋਜ਼ਿਟਿਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਆਪਣੀ ਵੀ ਚੀਜ਼ ਨੂੰ ਅਸੀਂ ਫਾਈਨਲੀ ਕਹਿੰਦੇ, ਅਸੀਂ ਵੀ ਅੱਗੇ ਅਰੂਜ਼ਦਾਨਾਂ ਨੂੰ ਚੈੱਕ ਕਰਾਈ ਦੇ, ਰਿਆਜ਼ ਅਹਿਮਦ ਕਾਦਰੀ ਸਾਹਿਬ ਨੂੰ ਚੈੱਕ ਕਰਾਈ ਦੀ, ਜਦੋਂ ਤੱਕ ਸਿਗਨਲ ਉਹ ਦੇ ਦਿੰਦੇ ਓਕੇ, ਅਖਲਾਕ ਹੈਦਰਾਬਾਦੀ ਸਾਹਿਬ ਨੂੰ ਚੈੱਕ ਕਰਾਈ ਦੀ ਆ, ਇਹ ਉਸਤਾਦਾਂ ਨੂੰ ਦਿਖਾ ਕੇ ਫਿਰ ਜਦੋਂ ਸਾਨੂੰ ਸਿਗਨਲ ਦਿੰਦੇ ਆ ਵੀ ਤੇਰਾ ਕਲਾਮ 'ਚ ਓਕੇ ਹੋ ਗਿਆ ਵਾ ਫਨੀ ਲਿਹਾਜ਼ ਨਾਲ, ਤੇ ਫਿਰ ਅਸੀਂ ਉਹਨੂੰ ਆਪਣੇ ਅੰਦਰਾਜ ਕਰ ਲਈਦਾ ਰਿਕਾਰਡ ਦੇ ਵਿੱਚ। ਸਹੀ ਸਹੀ ਸਹੀ। ਅੱਛਾ, ਖਲੀਲੁਰ ਰਹਿਮਾਨ ਕਮਰ ਸਾਹਿਬ ਦਾ ਕਹਿਣਾ ਜੀ ਕਿ ਸਰ, ਉਹਨਾਂ ਤੇ ਜੋ ਸ਼ਾਇਰੀ ਉਤਰਦੀ ਹੈ
ਉਹਨੂੰ ਦੁਬਾਰਾ ਫੰਨੀ ਮੁਹਾਸਨ ਤੇ ਪਰਖਣ ਦੀ ਲੋੜ ਨਹੀਂ ਪੈਂਦੀ। ਤੁਸੀਂ ਸਮਝਦੇ ਹੋ ਕਿ ਐਸਾ ਹੋਣਾ ਨਾਮੁਮਕਿਨਾਤ ਚੋਂ ਨਹੀਂ ਮੁਮਕਿਨ ਹੈ? ਇਹ ਤੇ ਜੀ ਬਹੁਤ ਵੱਡੀ ਗੱਲ ਕਹਿਤੀ ਉਹਨਾਂ ਨੇ ਖਲੀਲੁਰ ਰਹਿਮਾਨ ਕਮਰ ਸਾਹਿਬ। ਤੇ ਵੈਸੇ ਹੀ ਮੁਤਨਾਜ਼ਿਆ ਜਿਹਾ ਸ਼ਖਸੀਅਤ, ਮੈਂ ਉਹਨਾਂ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਾਡਾ ਨਾ ਉਹ ਸਾਡੇ ਅਦਬ ਦੇ ਵਿੱਚ ਨੇ, ਨਾ ਉਹ ਅਦੀਬ ਨੇ, ਉਹ ਇੱਕ ਲਹਿਦਾ ਡਰਾਮਾ ਰਾਈਟਰ ਨੇ ਤੇ ਉਹਨਾਂ ਦੇ ਉੱਤੇ ਸਾਨੂੰ ਹੱਕ ਵੀ ਨਹੀਂ ਹੈ ਗੱਲ ਕਰਨ ਦਾ। ਉਹਨਾਂ ਦਾ ਇੱਕ ਲਹਿਦਾ ਮਾਮਲਾ, ਸਾਡੀ ਇੱਕ ਦੁਨੀਆ ਲਹਿਦਾ ਵਾ, ਅਸੀਂ ਹੋਰ ਦੁਨੀਆ ਦੇ ਵਾਸੀ ਆ। ਨਹੀਂ ਮਾਸ਼ਾਅੱਲਾ ਤੁਸੀਂ ਉਹ ਜਿੱਦਾਂ ਸ਼ਾਇਰੀ ਕਰਦੇ ਹੋ, ਜਿੱਦਾਂ ਉਹ ਕਹਿੰਦੇ ਇਲਹਾਮ ਹੋ ਜਾਂਦਾ ਪਰਖਣ ਦੀ ਲੋੜ ਹੈ ਕਿ ਤੁਹਾਡਾ ਕਹਿਣਾ ਨਾ। ਹਾਂਜੀ ਹਾਂਜੀ। ਤੇ ਅਸੀਂ ਏਡਾ ਵੱਡਾ ਬੋਲ ਜਿਹੜਾ ਨਾ ਹਰ ਬੰਦਾ ਜਿਹੜਾ ਨਾ ਉਹ ਤਾਲਬੇ ਇਲਮ ਹੀ ਹੁੰਦਾ। ਸਿੱਖਣ ਸਿਖਾਉਣ ਦਾ ਜਿਹੜਾ ਸਿਲਸਿਲਾ ਨਾ ਉਮਰ ਦੇ ਦਮ ਤੀਕ ਜਾਰੀ ਰਹਿੰਦਾ ਤੇ ਆਪਣੇ ਆਪ ਨੂੰ ਉਸਤਾਦ ਮੰਨ ਲੈਣਾ, ਆਪਣੇ ਆਪ ਨੂੰ ਕਹਿਣਾ ਜੀ ਮੈਂ ਪਰਫੈਕਟ ਹਾਂ। ਕਿਉਂਕਿ ਬਹੁਤ ਸਾਰੇ ਸ਼ਾਇਰ ਜਿਹੜੇ ਉਹ ਆਹੀ ਕਹਿੰਦੇ ਆ ਕਿ ਰਾ ਮਟੀਰੀਅਲ ਹੀ ਉਤਰਦਾ, ਉਹਨੂੰ ਕਸ਼ੀਦ ਹੀ ਕਰਨਾ ਪੈਂਦਾ। ਨਹੀਂ ਹੁਣ ਅਲਾਮਾ ਇਕਬਾਲ ਤੇ ਨਹੀਂ ਸਾਰੇ ਹੋਣੇ ਸਰ, ਲੇਕਿਨ ਇਹ ਹੈ ਕਿ ਇਹ ਜ਼ਾਹਰ ਤੁਹਾਨੂੰ ਪਤਾ ਕਿ ਉਹਨਾਂ ਦੇ ਬਾਰੇ ਤੇ ਵੈਸੇ ਹੀ ਮਤਨਾਜ਼ਿਆ ਮਾਮਲਾਤ ਬੜੇ ਚੱਲਣ ਡਏ ਨੇ। ਉਹਨਾਂ ਦੀ ਪੰਜਾਬੀ ਦੀ ਤਹਿਰੀਕ ਦੇ ਬਾਰੇ ਆ, ਪੰਜਾਬੀ ਦੇ ਵਾਧੇ ਦੀ ਜਿਹੜੀ ਤਹਿਰੀਕ ਇਸ ਵੇਲੇ ਪੰਜਾਬ 'ਚ ਚੱਲ ਰਹੀ ਆ, ਉਹਦੇ ਆਗੂ ਲਿਆਸ ਘੁੰਮਣ ਸਾਹਿਬ ਨੇ ਤੇ ਨਾਲ ਭੱਟ ਸਾਹਿਬ ਜਿਹੜੇ, ਤੇ ਤੁਸੀਂ ਉਹਨਾਂ ਦੇ ਨਾਲ ਹੀ ਮੁਦੱਸਰ ਭੱਟ ਸਾਹਿਬ ਹਮੇਸ਼ਾ ਨਾਲ ਹੀ ਰਹਿੰਦੇ ਹੋ। ਪਾਕਿਸਤਾਨ 'ਚ ਕਿਤੇ ਵੀ ਕਾਨਫਰੰਸ ਹੁੰਦੀ ਪੰਜਾਬੀ ਦੀ ਤੁਸੀਂ ਉੱਥੇ ਪਹੁੰਚ ਜਾਂਦੇ ਹੋ। ਇਹਦੇ ਬਾਰੇ ਤੁਸੀਂ ਦੱਸੋ ਕਿ ਪੰਜਾਬੀ ਜ਼ੁਬਾਨ ਦੇ ਮਸਲੇ ਕੀ ਆ ਤੇ ਉਹਨਾਂ ਦਾ ਹੱਲ ਕੀ ਆ ਤੁਹਾਡੀ ਨਜ਼ਰ 'ਚ? ਪੰਜਾਬੀ ਜ਼ੁਬਾਨ ਨੂੰ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਚੈਲੰਜ ਆ, ਸਭ ਤੋਂ ਵੱਡੀ ਜਿਹੜੀ ਸਾਡੀ ਮੰਗ ਵਾ ਇਹ ਆ ਕਿ ਇਹਨੂੰ ਮੁੱਢਲੀ ਜਮਾਤਾਂ ਤੋਂ ਰਾਜ ਕੀਤਾ ਜਾਵੇ। ਇਹਨੂੰ ਕਿਉਂਕਿ ਸਾਡੇ ਇੱਥੇ ਉਲਟ ਸਿਲਸਿਲਾ ਚੱਲਦਾ ਕਿ ਉੱਤੇ ਹਾਈ ਲੈਵਲ ਤੇ PhD ਲੈਵਲ ਤੇ ਪੰਜਾਬੀ ਪੜ੍ਹਾਈ ਜਾਂਦੀ ਆ, ਜਦਕਿ ਮੁੱਢਲੀ ਛੋਟੀਆਂ ਕਲਾਸਾਂ 'ਚ ਪੜ੍ਹਾਈ ਨਹੀਂ ਜਾਂਦੀ। ਯਾਨੀ ਜੜ੍ਹਾਂ ਇਹਦੀਆਂ ਹੈ ਨਹੀਂ ਗਿਆ, ਉੱਤੇ ਦਰਖਤ ਚੜ ਗਏ ਆ। ਯਾਨੀ ਇਹਦੀ ਮੰਗ ਕਰਨ ਵਾਸਤੇ ਐਸੇ ਸਾਡੇ ਜਨੂਨੀ ਦੋਸਤ ਨੇ ਜਿਹੜੇ ਅਦਬ ਵਾਸਤੇ ਨਾਲ ਜ਼ਿੰਦਗੀ ਵਕਫ ਕੀਤੀ ਆ, ਜਿਹਦੇ ਵਿੱਚ ਸਭ ਮੋਹਰੀ ਸਾਡੇ ਸਰਖੇਲ ਇਲਿਆਸ ਘੁੰਮਣ ਸਾਹਿਬ, ਜਨਾਬ ਮੁਦੱਸਰ ਇਕਬਾਲ ਭੱਟ ਸਾਹਿਬ, ਇਹ ਪੇਸ਼ ਨੇ। ਬਾਕੀ ਇਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਬਾਹ ਬੇਲੀ ਨੇ ਦੋਸਤ ਇਹਨਾਂ ਦੇ, ਲੇਕਿਨ ਇਹ ਦੋਨੇ ਜਿਹੜੇ ਸਾਡੇ ਜਗਮਗ ਕਰਦੇ ਸਿਤਾਰੇ ਨੇ ਪੰਜਾਬੀ ਜ਼ੁਬਾਨ ਦੇ ਤਾਬਿੰਦਾ ਸਿਤਾਰੇ, ਇਹ ਸਾਨੂੰ ਵੀ ਨਾਲ ਲਈ ਫਿਰਦੇ ਨੇ ਪੰਜਾਬੀ ਦੀ ਖਿਦਮਤ ਵਾਸਤੇ ਜਿੱਥੇ ਵੀ ਜਾਂਦੇ ਨੇ। ਤੇ ਇਹਨਾਂ ਦੀ ਮੁੱਢਲੀ ਗੱਲ ਹੀ ਇਹ ਆ ਕਿ ਪੰਜਾਬੀ ਨੂੰ ਇਹਦਾ ਅਸਲ ਹੱਕ ਦਿੱਤਾ ਜਾਵੇ, ਪੰਜਾਬੀ ਜ਼ੁਬਾਨ ਦੀ ਮਹਿਰੂਬੀ ਨੂੰ ਖਤਮ ਕੀਤਾ ਜਾਵੇ, ਪੰਜਾਬੀ ਜ਼ੁਬਾਨ ਨੂੰ ਮੁੱਢਲੀ ਕਲਾਸਾਂ 'ਚ ਰਾਇਜ ਕੀਤਾ ਜਾਵੇ। ਬਾਕਾਇਦਾ ਇਹਦਾ ਜਿਹੜਾ ਨਿਸਾਬ ਆ ਉਹਨਾਂ ਨੇ ਤਿਆਰ ਕੀਤਾ ਹੋਇਆ ਵਾ, ਔਰ ਕਿਸੇ ਵੇਲੇ ਵੀ ਹਕੂਮਤ ਅਗਰ ਨਿਸਾਬ ਦਾ ਕਹੇਗੀ ਤੇ ਨਿਸਾਬ ਇਹਨਾਂ ਕੋਲ ਮੌਜੂਦ ਆ। ਤੇ ਇਹੀ ਸਾਡੀ ਡਿਮਾਂਡ ਆ ਜੀ, ਪੰਜਾਬੀ ਜ਼ੁਬਾਨ ਨੂੰ ਇਹਦਾ ਹਾਸਲ ਹੱਕ ਹੋਣਾ ਚਾਹੀਦਾ। ਕੋਈ ਦੂਜੇ ਸੂਬਿਆਂ 'ਚ ਮੁੱਢਲੀ ਜਮਾਤਾਂ 'ਚ ਪੜ੍ਹਾਈਆਂ ਜਾਂਦੀਆਂ ਨੇ, ਉਹਨਾਂ ਦੀਆਂ ਜਿਹੜੀ ਪੰਜਾਬੀ ਜ਼ਰੀਆ ਤਾਲੀਮ ਬਣੇ ਤੇ ਸਕੂਲਾਂ ਵਿੱਚ ਆਵੇ, ਸਕੂਲਾਂ ਜਾਵੇ ਤੇ ਕਿਉਂਕਿ ਛੋਟੇ ਅੱਜ ਬੱਚਿਆਂ ਦੇ ਹੱਥ 'ਚ ਪੰਜਾਬੀ ਦੀ ਕਿਤਾਬ ਫੜੀ ਹੋਵੇ ਤੇ ਪੜ੍ਹਨ। ਹਾਂ, ਦੂਜੇ ਸੂਬਿਆਂ ਜਿਸ ਤਰ੍ਹਾਂ ਹੀ ਹੋ ਰਿਹਾ ਨਾ, ਸਿੰਧ ਬਲਕਿ ਦੂਸਰੇ ਸੂਬਿਆਂ 'ਚ ਤੇ ਉਹਨਾਂ ਦੇ ਬੋਰਡ ਵੀ ਜਿਹੜੇ ਨਾ ਦੁਕਾਨਾਂ ਦੇ ਬੋਰਡ ਵੀ ਉਹਨਾਂ ਦੀ ਜ਼ੁਬਾਨ 'ਚ ਲਿਖੇ ਆ। ਜੀ ਸਰ। ਹੁਣ ਸਾਡੇ ਪੰਜਾਬੀ ਦੇ ਵਜ਼ੀਰ ਆਲਾ ਨੇ ਕੁਝ ਲਾਹੌਰ ਦੇ ਵਿੱਚ ਬੋਰਡ ਲਗਵਾਏ ਪੰਜਾਬੀ 'ਚ, ਇਹ ਬੜੀ ਚੰਗੀ ਗੱਲ ਹੈ ਕਿ ਹੋਣੇ ਚਾਹੀਦੇ। ਟ੍ਰੈਫਿਕ ਦੇ ਇਸ਼ਾਰਿਆਂ ਦੇ ਬਾਰੇ ਪੰਜਾਬੀ ਦੇ ਬੋਰਡ ਲੱਗੇ ਨੇ। ਜੀ ਸਰ। ਅਗਲਾ ਸਵਾਲ ਡਾਕਟਰ ਸਾਹਿਬ ਇਹ ਹੈ ਕਿ ਫੈਸਲਾਬਾਦ ਦੇ ਵਿੱਚ ਜਿਹੜੇ ਕੋਈ ਅਦੀਬ ਸ਼ਾਇਰ ਜਾਂ ਰਾਈਟਰ ਨੇ ਉਰਦੂ 'ਚ ਨੇ ਜਾਂ ਪੰਜਾਬੀ 'ਚ ਨੇ, ਜਿਨ੍ਹਾਂ ਨੂੰ ਤੁਸੀਂ ਸਮਝਦੇ ਹੋ ਕਿ ਅਦਬ ਦੀ ਬੜੀ ਖਿਦਮਤ ਕਰ ਰਿਹਾ, ਉਹਨਾਂ ਦੇ ਕੋਈ ਨਾਮ ਲੈਣਾ ਚਾਹੋਗੇ? ਕਿਹੜੇ ਕਿਹੜੇ ਬੰਦੇ ਪੰਜਾਬੀ ਦੇ ਹਵਾਲੇ ਨਾਲ? ਜੀ ਪੰਜਾਬੀ ਉਰਦੂ ਇਕੱਠਾ ਹੀ, ਪੰਜਾਬੀ ਵੀ ਉਰਦੂ ਵੀ? ਪੰਜਾਬੀ ਤੇ ਉਰਦੂ ਬੇਸ਼ੁਮਾਰ ਨਾਮ ਨੇ ਜੀ। ਮੈਂ ਹੁਣ ਇੱਥੇ ਨਾਮ ਅਗਰ ਕਿਸੇ ਦਾ ਰਹਿ ਗਿਆ ਤੇ ਉਹ ਕਿਸੇ ਨੂੰ ਨਾਰਾਜ਼ ਕਰਨ ਵਾਲੀ ਗੱਲ ਆ। ਕੋਈ ਗੱਲ ਨਹੀਂ ਹੈ, ਨਹੀਂ ਜੇ ਤਰਜੀਹ ਚਾਹੁੰਦੇ ਹੋ ਤੁਸੀਂ ਦੱਸੋ ਨਾਮ ਜ਼ਰੂਰ। ਫੈਸਲਾਬਾਦ ਦੇ ਵਿੱਚ ਜੀ ਇਸ ਵੇਲੇ ਜਿਹੜੇ ਆਲ ਰਾਉਂਡਰ ਨੇ, ਜਿਨ੍ਹਾਂ 'ਚ ਸਾਰੇ ਫਰਿਸ਼ਤ ਤੁਸੀਂ ਖੁਦ ਹੋ, ਜਨਾਬ ਪ੍ਰੋਫੈਸਰ ਰਿਆਜ਼ ਅਹਿਮਦ ਕਾਦਰੀ ਸਾਹਿਬ, ਅਖਲਾਕ ਹੈਦਰਾਬਾਦੀ ਸਾਹਿਬ ਜੀ, ਫਿਰ ਉਹਦੇ ਇਲਾਵਾ ਸਾਡੇ ਇੱਕ ਆਸਫ ਬਸ਼ੀਰ ਨਹੀਂ ਰਾਈ ਸਾਹਿਬ, ਹਾਂ ਜਿਹੜੀ ਆਸਫ ਸਰਦਾਰ ਰਾਈ ਸਾਹਿਬ ਜੀ, ਤੇ ਮੇਰਾ ਖਿਆਲ ਹੈ ਕਿ ਬਾਕੀ ਵੀ ਲੋਕ ਹੈਗੇ ਨੇ, ਲੇਕਿਨ ਏਡੇ ਮੁਤਹਰਕ ਨਹੀਂ ਸਾਨੂੰ ਨਜ਼ਰ ਆਉਂਦੇ ਜੀ। ਕੰਮ ਕਰਦੇ ਨੇ ਸਾਰੇ, ਲੇਕਿਨ ਇਹ 4-5 ਬੰਦੇ ਅੱਗੇ ਆਉਣਗੇ ਤੇ ਉਹ ਵੀ ਨਾਲ ਜੁੜ ਜਾਂਦੇ ਆ, ਉਹ ਵੀ ਸ਼ਹੀਦਾਂ 'ਚ ਆਪਣਾ ਨਾਮ ਲਿਖਾ ਲੈਂਦੇ ਆ। ਅਸਲ ਤਹਿਰੀ ਇਹ 'ਚ ਆਤਫ ਹੋ ਗਿਆ, ਇਹ ਕੰਮ ਕਰਨ ਵਾਲੇ ਬੰਦੇ ਨੇ, ਹਾਂਜੀ, ਜਿਹੜੇ ਕੰਮ ਕਰਨ ਵਾਲੇ ਨੇ। ਤੇ ਉਹ ਦੂਜੇ ਬੰਦੇ ਉਹ ਨੇ, ਜਦੋਂ 5-7 ਬੰਦੇ ਨਿਕਲੇ ਉਹਨਾਂ ਵੀ ਨਾਲ ਜੁੜ ਜਾਣਾ, ਚਲੋ ਜੀ ਸ਼ਹੀਦਾਂ 'ਚ ਨਾਮ ਲਿਖਾ ਲਓ ਜੀ। ਤੇ ਮੇਰਾ ਖਿਆਲ ਆ ਕਿ ਇਹਨਾਂ ਬੰਦਿਆਂ ਨੂੰ ਗੁਲਜ਼ਾਰ ਨੇ ਤੁਹਾਡੇ ਨਾਲ। ਡਾਕਟਰ ਸਾਹਿਬ ਕੰਮ ਤੁਸੀਂ ਸ਼ਾਇਰੀ ਤੋਂ ਸ਼ੁਰੂ ਕੀਤਾ ਜਾਂ ਨਸਲ ਨਗਾਰੀ? ਮੈਂ ਸਰ ਸ਼ਾਇਰੀ ਤੋਂ ਆਪਣਾ ਜਿਹੜਾ ਸ਼ੇਰੋ ਸਰਗਲ ਆਇਆ ਵਾ, ਆਪਣਾ ਜਿਹੜੀ ਅਦਬ ਵਾਲੀ ਸਾਈਡ ਤੇ ਜੀ ਜੀ, ਉਹ ਵੀ ਪੰਜਾਬੀ ਸ਼ਾਇਰੀ ਕਿਉਂਕਿ ਪੰਜਾਬੀ ਮੇਰੇ ਵਾਲਦ ਸਾਹਿਬ ਲਿਖਦੇ ਸਨ ਜੀ ਜੀ, ਤੇ ਮੇਰੇ ਤਾਇਆ ਜੀ ਨੇ ਵੀ ਜ਼ਿਆਦਾ ਪੰਜਾਬੀ ਲਿਖੀ, ਉਰਦੂ ਵੀ ਲਿਖਿਆ। ਉਹਨਾਂ ਨੂਰ ਮੁਹੰਮਦ ਨੂਰ ਕਪੂਰਥਲਵੀ, ਮੇਰੇ ਵਾਲਦ ਸਾਹਿਬ ਰਾਣਾ ਮੁਹੰਮਦ ਗੁਲਜ਼ਾਰ ਕਪੂਰਥਲਵੀ ਦੇ ਨਾਂ ਤੋਂ ਲਿਖਦੇ ਸਨ। ਤੇ ਕਿਉਂਕਿ ਉਹਨਾਂ ਨੇ ਪੰਜਾਬੀ ਜ਼ਿਆਦਾ ਲਿਖਿਆ ਜੀ ਜੀ, ਅਗਰ ਜੇ ਉਰਦੂ ਵੀ ਲਿਖਿਆ, ਲੇਕਿਨ ਉਹ ਪੰਜਾਬੀ ਉਹਨਾਂ ਕੋਲ ਸੁਣ ਕੇ ਉਹਨੂੰ ਲਿਖਦਿਆਂ ਦੇਖ ਕੇ ਮੇਰਾ ਰੁਝਾਨ ਪੰਜਾਬੀ ਵੱਲ ਹੋ ਗਿਆ। ਸਹੀ ਹੋ। ਫਿਰ ਮੈਂ ਪੰਜਾਬੀ ਨੂੰ ਆਪਣਾ ਓੜਨਾ ਵਿਛਾਉਣਾ ਬਣਾਇਆ, ਪੰਜਾਬੀ ਦੀ ਖਿਦਮਤ ਵਾਸਤੇ ਅੱਗੇ ਨਿਕਲ ਪਿਆ। ਫਿਰ ਜਿਸ ਤਰ੍ਹਾਂ ਵੀ ਜ਼ਮਾਨਾ ਤਾਲਿਬ ਇਲਮੀ ਤੋਂ
ਤੇ ਸ਼ਾਇਰੀ ਤੁਸੀਂ ਸਾਰੀ ਪੰਜਾਬੀ ਚ ਹੀ ਜ਼ਿਆਦਾ ਕੀਤੀ। ਪੰਜਾਬੀ ਚ ਕੀਤੀ ਹੈ, ਲੇਕਿਨ ਇਹ ਕੁਛ ਅਰਸੇ ਤੋਂ ਰਿਆਜ਼ ਅਹਿਮਦ ਕਾਦਰੀ ਸਾਹਿਬ ਦੀ ਤਹਿਰੀਕ ਦੇ ਉੱਪਰ ਮੈਂ ਉਰਦੂ ਸ਼ਾਇਰੀ ਵੱਲ ਆਇਆ, ਲੇਕਿਨ ਉਰਦੂ ਸ਼ਾਇਰੀ ਵੀ ਉਹ ਜਿਹੜੀ ਕਿ ਨਾਤੀਆ ਸ਼ਾਇਰੀ ਵੱਲ ਉਹਨਾਂ ਨੇ ਮੈਨੂੰ ਮੁਤਹਰਕ ਕੀਤਾ। ਤੇ ਮੈਂ ਹੁਣ ਤੁਸੀਂ ਦੇਖਦੇ ਹੋ ਸੋਸ਼ਲ ਮੀਡੀਆ ਤੇ ਆਪਣੇ ਨਾਤਾਂ ਹੀ ਲਾਉਂਦਾ, ਹਾਂ ਨਾਤੇ ਉਹਦੇ ਇਲਾਵਾ ਘੱਟ ਚੀਜ਼ਾਂ ਲਾਉਂਦਾ, ਕਿਉਂਕਿ ਉਹਦੀ ਵਜ੍ਹਾ ਹੁੰਦੀ ਕਿ ਮੇਰੇ ਦਿਮਾਗ 'ਚ ਤੁਰਦੇ ਫਿਰਦੇ ਆ ਉਹੋ ਹੀ ਸਮਾਏ ਹੁੰਦੇ ਕਾਫੀਆ ਰਦੀਫ ਦੇ ਮੈਂ ਰਹਿੰਦਾ ਵਾਂ, ਖਿਆਲਾਤ, ਸੀਰਤ ਦੇ ਮੌਜੂਆਤ, ਜੀ ਜੀ ਬਿਲਕੁਲ ਇਹੀ ਮੇਰਾ ਹੁੰਦਾ ਵਾ। ਸੀਰਤ ਤੇ ਵੀ ਮਾਸ਼ਾਅੱਲਾ ਤੁਹਾਡਾ ਬੜਾ ਕੰਮ ਹੈ। ਸੀਰਤ ਤੇ ਵੀ ਸਰ 2003 ਚ 12 ਚ ਜੀ ਜੀ ਤੇ ਮੈਂ ਉਹ ਕਿਤਾਬ ਲਿਖੀ ਸੀ ਕਿ ਫਖਰੇ ਕਾਇਨਾਤ ਜੀ ਜੀ ਸੱਲੱਲਾਹੁ ਅਲੈहि ਵਸੱਲਮ। ਤੇ ਉਸ ਤੋਂ ਬਾਅਦ ਵੀ ਅੱਲਾਹ ਦੇ ਔਲਾ ਨੇ ਮੈਨੂੰ ਇਹਦੇ ਤੇ ਕਰਮ ਕੀਤਾ, ਹਾਜ਼ਰੀ ਦੀ ਸਾਦਤ ਮਿਲੀ। ਮਾਸ਼ਾਅੱਲਾ ਫਿਰ 2013 ਚ ਉਦੋਂ ਫਿਰ ਮੈਂ ਗੈਰ ਮੁਸਲਿਮ ਸ਼ੋਰਾ ਨਾਤੀਆ ਕਲਾਮ ਤਹਿਕੀਕ ਕੀਤੀ, ਉਹ ਵੀ ਮੈਨੂੰ ਮੇਰੇ ਇੱਕ ਉਸਤਾਦ ਮੁਹਤਰਮ ਸੀ ਡਾਕਟਰ ਪ੍ਰੋਫੈਸਰ ਮੁਫਤੀ ਅਬਦੁਲ ਰਊਫ ਸਾਹਿਬ, ਉਹਨਾਂ ਨੇ ਤਹਿਰੀਕ ਦਿੱਤੀ ਸੀ ਕਿ ਇਹ ਕੰਮ ਕਰ। ਸਹੀ। ਉਹ ਫਿਰ ਮੈਂ ਹਿੰਦੂ ਸਿੱਖ ਈਸਾਈਆਂ ਦੇ ਉੱਪਰ ਜਿਹੜੀ ਕਮਿਊਨਿਟੀ ਇਹਨਾਂ ਦੇ ਉੱਤੇ ਰਿਸਰਚ ਕਰਕੇ ਇਹਨਾਂ ਦਾ ਕਲਾਮ ਇਕੱਠਾ ਕੀਤਾ ਤੇ ਕੋਈ ਗਾਲਬਨ 350 ਪੌਣੇ 400 ਦੇ ਕਰੀਬ ਕਿਤਾਬ ਦੀ ਸਖਾਵਤ ਆ, ਉਹ ਮੈਂ ਲਾਹੌਰੋਂ ਛਪੀ ਸੀਗੀ। ਸਹੀ। ਉਹਨੇ ਮੈਂ ਬੜੀ ਅੱਲਾਹ ਤਾਲਾ ਨੇ ਇੱਜ਼ਤ ਦਿੱਤੀ, ਉੱਥੇ ਫਿਰ ਹਾਜ਼ਰੀ ਮਿਲੀ ਮੈਨੂੰ। ਜਿਹੜੇ ਗੈਰ ਮੁਸਲਮਾਨ ਸ਼ੋਰਾ ਸੀ ਉਹ ਪਾਕਿਸਤਾਨ ਦੇ ਸੀ ਜਾਂ ਤੁਸੀਂ ਬਾਹਰ ਹੋ ਵੀ? ਉਹਨੇ ਬਾਹਰ ਦੇ ਸੀ ਜ਼ਿਆਦਾ। ਅੱਛਾ ਜ਼ਿਆਦਾ ਬਾਹਰ ਇੱਥੇ ਸੀ ਥੋੜੇ ਜਿਹਾ ਪਾਕਿਸਤਾਨ ਦੇ ਜਿਹੜੇ ਵਿੱਚ ਸੀਗੇ ਨਜ਼ੀਰ ਕੈਸਰ ਦੀ ਕ੍ਰਿਸਚੀਅਨ ਦੇ ਵਿੱਚ, ਅੱਛਾ, ਜਾਂ ਆਪਣਾ ਚੀਫ ਜਸਟਿਸ ਸੀ ਰਾਣਾ ਭਗਵਾਨ ਸਿੰਘ, ਹਾਂ ਭਗਵਾਨ ਦਾਸ, ਹਾਂਜੀ ਇਸ ਤਰ੍ਹਾਂ ਦੇ ਚੰਦ ਨਾਮ ਸੀਗੇ ਜਿਹੜੇ ਪਾਕਿਸਤਾਨ ਦੇ, ਲੇਕਿਨ ਮੋਸਟਲੀ ਜਿਹੜੇ ਸੀਗੇ ਉਹ ਇੰਡੀਆ ਦੇ, ਹਿੰਦੁਸਤਾਨ ਦੇ ਸੀ। ਉਹ ਵੀ ਕਿਤਾਬ ਫਿਰ ਲਾਹੌਰੋਂ ਛਪੀ? ਲਾਹੌਰੋਂ ਛਪੀ ਜੀ। ਉਹ ਗੈਰ ਫਿਰ ਅੱਲਾਹ ਨੇ ਫਿਰ ਤੁਹਾਨੂੰ ਬੁਲਾ ਲਿਆ? ਫਿਰ ਬੁਲਾਇਆ ਦੂਜੀ ਵਾਰੀ, 3 ਵਾਰੀ ਅੱਲਾਹ ਤਾਲਾ ਨੇ ਮੈਨੂੰ। ਅੱਛਾ ਅੱਛਾ ਅੱਛਾ, ਉਹ ਤਾਂ ਮਾਸ਼ਾਅੱਲਾ ਤੁਸੀਂ ਕਹਿੰਦੇ ਆ। ਤੇ ਤੁਸੀਂ ਸਮਝਦੇ ਹੋ ਕਿ ਮਸਲਾ ਸੋਸ਼ਲ ਮੀਡੀਆ ਜਿਹੜਾ ਉਹ ਆਪਣਾ ਪੂਰਾ ਹਿੱਸਾ ਪਾ ਰਿਹਾ ਇਹਦੇ ਵਿੱਚ ਕਿਸ ਨੂੰ ਆਪਣਾ ਹਾਈਲਾਈਟ ਕਰਨ 'ਚ, ਮਤਲਬ ਜਿਸ ਤਰ੍ਹਾਂ ਤੁਹਾਡਾ ਕੰਮ ਆ? ਦੇਖੋ ਜੀ, ਸੋਸ਼ਲ ਮੀਡੀਆ ਦਾ ਜਿੱਥੇ ਤੱਕ ਰੋਲ, ਹਰ ਬੰਦਾ ਆਪਣਾ ਆਪਣਾ ਬਸਾਤ ਦੇ ਮੁਤਾਬਕ ਕੰਮ ਕਰ ਰਿਹਾ। ਜੀ ਜੀ। ਲੇਕਿਨ ਮੈਂ ਆਪਣੇ ਤੌਰ ਤੇ ਜਦੋਂ ਵੀ ਕੋਈ ਪੋਸਟ ਲਾਉਂਦਾ ਵਾ, ਮੈਂ ਪੂਰੀ ਰਿਸਰਚ ਕਰਕੇ, ਪੂਰੀ ਮਿਹਨਤ ਕਰਕੇ ਇੱਕ ਆਰਟੀਕਲ ਲਾ ਕੇ, ਅਗਰ ਕਿਸੇ ਤਸਵੀਰ ਵੀ ਲਾਉਂਦਾ ਤੇ ਮੈਂ ਪਹਿਲੇ ਉਹਦਾ ਪਸ ਮੰਜ਼ਰ ਲਿਖਦਾ ਵਾ। ਬਿਲਕੁਲ। ਇਹ ਤਸਵੀਰ ਕੀ ਹੈ, ਇਹਦਾ ਕੀ ਮਕਸਦ ਆ, ਤੇ ਫਿਰ ਲਾਉਣਾ। ਕੋਈ ਆਰਟੀਕਲ ਮੈਂ ਵੈਸੇ ਕਦੀ ਉਹ ਤਸਵੀਰ ਕਦੀ ਸੁੱਟੀ ਨਹੀਂ ਹੈਗੀ ਫੇਸਬੁੱਕ ਤੇ ਮੇਰੀ, ਕਦੇ ਲਾ ਦੇਵਾਂਗਾ। ਅਦਰਵਾਈਜ਼ ਮੇਰਾ ਪਿਛੋਕੜ, ਉਹਦਾ ਸਾਰਾ ਜਿਹੜਾ ਪਸ ਮੰਜ਼ਰ ਉਹ ਜ਼ਰੂਰ ਦੱਸਣਾ ਹੁੰਦਾ ਬਈ ਕੀ ਆ। ਅਗਰ ਕਿਸੇ ਸ਼ਖਸੀਅਤ ਦੇ ਬਾਰੇ ਲਾਉਣਾ ਜਾਂ ਕਿਸੇ ਮਕਾਮ ਦੇ ਬਾਰੇ ਲਾਉਣਾ ਤਾਰੀਖੀ, ਤੇ ਤਾਂ ਵੀ ਉਹ ਲਿਖਦਾ ਵਾ, ਤੁਸੀਂ ਦੇਖਦੇ ਹਾਂ। ਨਹੀਂ ਬਹੁਤ ਉਦਾਂ ਨਹੀਂ, ਪੂਰੇ ਹਵਾਲੇ ਨਾਲ ਤੁਸੀਂ ਉਦਾਂ ਨਹੀਂ ਲਾਉਂਦਾ ਜੀ। ਨਹੀਂ, ਤੁਹਾਡੇ ਪੂਰੇ ਹਵਾਲੇ ਨਾਲ। ਉਹ ਮੇਰਾ ਖਿਆਲ ਹੈ ਜਿਹੜੇ ਲੋਕ ਇਹਦੇ ਵਿੱਚ ਮੁਤਹਰਕ ਨੇ, ਸਿੰਸੀਅਰ ਹੋ ਕੇ, ਤੇ ਉਹ ਪੂਰਾ ਆਪਣਾ ਰੋਲ ਅਦਾ ਕਰ ਰਹੇ ਨੇ ਤੇ ਆਪਣਾ ਆਪਣਾ ਲੱਗੇ ਹੋਏ ਨੇ। ਇਸੇ ਤੁਹਾਡਾ ਫਿਰ ਫੁੱਲਾਂ ਵਾਲੀ ਸਰਕਾਰ ਫੁੱਲ ਤੁਹਾਡੇ ਸਾਹਮਣੇ ਪੈ ਰਹੇ, ਇਸ ਹਵਾਲੇ ਨਾਲ ਤੁਸੀਂ ਬੜੇ ਮਸ਼ਹੂਰ ਹੋ ਕੇ ਦੋਸਤਾਂ ਦੀ ਗੱਲਾਂ 'ਚ ਹਾਰ ਪਹਿਨਾਉਂਦੇ ਹੋ ਔਰ ਖੁਸ਼ਬੂ ਮਹਿਫਲਾਂ 'ਚ ਫੈਲਾਉਂਦੇ ਹੋ। ਉਹ ਡਾਕਟਰ ਸਾਹਿਬ, ਡਾਕਟਰ ਇਜਾਜ਼ ਫਰੂਕ ਅਕਰਮ ਸਾਹਿਬ ਬਿਸ਼ਤੀ, ਉਹ ਕਹਿੰਦੇ ਹੁੰਦੇ ਸੀ ਕਿ ਇਹ ਇਜ਼ਾਰ ਸਾਹਿਬ ਨਾ ਇੱਕ ਗੋਲੀ ਨਹੀਂ, ਇਹ ਪੂਰਾ ਗੁਲਜ਼ਾਰ ਨੇ, ਯਾਨੀ ਇੱਕ ਫੂਲ ਨਹੀਂ, ਪੂਰਾ ਗੁਲਜ਼ਾਰ, ਪੂਰਾ ਬਾਗ ਹੀ ਨੇ ਜੀ। ਉਹਨਾਂ ਨੇ ਬੜਾ ਇਸ ਦੇ ਉੱਤੇ ਨਾ ਇੱਕ ਪੂਰਾ ਮੇਰੇ ਤੇ ਮਜ਼ਮੂਨ ਲਿਖਿਆ ਸੀ ਉਹਨਾਂ ਨੇ, ਗੁਲੋ ਗੁਲਜ਼ਾਰ। ਉਹਨਾਂ ਕਹਿੰਦੇ ਇਹ ਗੋਲੀ ਨਹੀਂ, ਪੂਰਾ ਗੁਲਜ਼ਾਰ ਨੇ। ਤੇ ਇਹ ਉਹਨਾਂ ਨੇ ਵੀ ਇਹੀ ਲਿਖਿਆ ਸੀ ਕਿ ਕਬਰਸਤਾਨ ਜਾਂਦੇ, ਬੇਲੌਸ ਜਾਂਦੇ, ਕਿਸੇ ਨਾਲ ਗਰਜ਼ ਨਹੀਂ ਇਹਨਾਂ ਨੂੰ, ਨਾ ਇਹਨਾਂ ਨੂੰ ਉਹਨਾਂ ਨਾਲ ਕੋਈ ਐਸਾ ਹੁੰਦਾ, ਨਾ ਇਹਨਾਂ ਨੂੰ ਦਿਖਾਵਾ ਕਰਨਾ, ਨਾ ਸਾਨੂੰ ਕਿਸੇ ਨਾਲ ਰਿਆ ਕਰ ਅਸੀਂ ਕਰਦੇ ਹਾਂ, ਉੱਤੇ ਤਸੰਨਾ ਕੋਈ ਨਹੀਂ, ਬਨਾਵਟ ਕੋਈ ਨਹੀਂ, ਨਾ ਅਸੀਂ ਕਿਸੇ ਤੋਂ ਅਵਾਰਡ ਚਾਹੁੰਦੇ ਹਾਂ, ਅਸੀਂ ਆਪਣੀ ਦੁਨੀਆ ਦੇ ਆਪ ਇਜ਼ਹਾਰ ਵੀ ਮੁਸ਼ਕਿਲ ਹੈ ਤੁਹਾਡਾ ਕਾਲਮ ਸੀ ਜੀ ਸਰ। ਫਿਰ ਤੁਸੀਂ ਟੈਲੀਵਿਜ਼ਨ ਤੇ ਵੀ ਕੰਮ ਕਰਦੇ ਰਹੇ 94 ਵਗੈਰਾ 94 ਤੇ ਮੇਜ਼ਬਾਨ ਦੇ ਸੀ ਇਤਨਾ ਪੰਜਾਬੀ ਦਾ। ਉੱਥੇ ਮੈਂ ਰੇਡੀਓ 'ਚ ਕੰਮ ਕੀਤਾ ਜੀ, 94 ਰੇਡੀਓ FM 94 ਦੇ ਉਹ ਵੀ ਪੰਜਾਬੀ ਦੇ ਫਰੋਗ ਲਈ ਸੀ, ਧਰਤੀ 5 ਦਰਿਆਵਾਂ ਦੀ। ਉਹ 10 ਸਾਲ ਪ੍ਰੋਗਰਾਮ ਚੱਲਿਆ ਜੀ ਮਾਸ਼ਾਅੱਲਾ। ਤੇ ਮੈਂ 10 ਸਾਲ ਉਹਦੇ ਵਿੱਚ ਵੀਕਲੀ ਪ੍ਰੋਗਰਾਮ ਹੁੰਦਾ ਸੀ, ਉਹ ਮੈਂ ਕਰਦਾ ਰਿਹਾ ਜੀ। ਉਸ ਤੋਂ ਬਾਅਦ ਰੋਜ਼ਨਾਮਾ ਅਮਨ, ਉਹਦੇ 'ਚ ਸੀ ਇਜ਼ਹਾਰ ਵੀ ਮੁਸ਼ਕਿਲ ਹੈ, ਉਰਦੂ ਕਾਲਮ ਨਗਾਰੀ, ਉਹ ਮੈਂ ਕੀਤੀ। ਫਿਰ ਰੋਜ਼ਨਾਮਾ ਜਮਹੂਰੀਅਤ ਦੇ ਗੁਲਜ਼ਾਰ ਅਦਬ ਦੇ ਨਾਂ ਤੇ ਫਿਰ ਮੈਂ ਕਾਲਮ ਉਹਦੇ 'ਚ ਪੂਰਾ ਸਫਾ ਕੰਪਾਈਲ ਕੀਤਾ, ਤਰਤੀਬ ਦਿੰਦਾ ਰਿਹਾ, ਉਹ ਵੀ ਗੁਲਜ਼ਾਰ ਦੇ ਨਾਮ। ਯਾਨੀ ਮੈਂ ਆਪਣੇ ਵਾਲਦ ਸਾਹਿਬ ਦਾ ਨਾਮ ਜਿਹੜਾ ਵੀ ਹੈ ਨਾ ਜੀ, ਉਹਨਾਂ ਦਾ ਜਿੰਦਾ ਰੱਖਿਆ ਜੀ, ਆਪਣੇ ਸਮਝ ਲਓ। ਹਾਲਾਂਕਿ ਮੁਤਖੱਲਸ ਆਪਣਾ ਨਾਮ ਹੀ ਲਿਖਦਾ ਵਾਂ। ਨੂਰ ਮੁਹੰਮਦ ਕਪੂਰਥਲਵੀ ਫੋਰਮ ਕੀ ਕਰ ਰਿਹਾ ਪੰਜਾਬੀ ਦੇ ਵਾਧੇ ਲਈ? ਨੂਰ ਮੁਹੰਮਦ ਕਪੂਰਥਲਵੀ ਫੋਰਮ ਨੂੰ ਅਸੀਂ ਜਿਹੜਾ ਵੀ ਕੰਮ ਕਹਿੰਦੇ ਆ, ਜਿਸ ਜਗ੍ਹਾ ਵੀ ਕਹਿੰਦੇ ਆ, ਜਿਵੇਂ ਵੀ ਕਹਿੰਦੇ ਆ, ਉਹ ਸਾਡੇ ਕੰਮ ਦੀ ਆਦਰ ਵੀ ਕਰਦੇ ਨੇ, ਐਪਰੀਸ਼ੀਏਟ ਵੀ ਕਰਦੇ ਨੇ, ਹਾਲਾਸ਼ੇਰੀ ਵੀ ਦਿੰਦੇ ਨੇ, ਤੇ ਜੋ ਇਹਨਾਂ ਨੂੰ ਅਸੀਂ ਕਿਹਾ ਉਹਨਾਂ ਨੇ ਕਰਕੇ ਵੀ ਵਿਖਾਇਆ। ਹਾਂਜੀ। ਔਰ ਫੈਸਲਾਬਾਦ ਜਿਹੜੇ ਲੋਕ, ਜਿਹੜੀਆਂ ਔਲਾਦਾਂ ਆਪਣੇ ਬਾਪਾਂ ਨੂੰ, ਆਪਣੇ ਵਾਲਿदैन ਨੂੰ ਜਿੰਦਾ ਰੱਖੇ ਹੋਏ ਨੇ, ਨੂਰ ਮੁਹੰਮਦ ਕਪੂਰਥਲਵੀ ਦੀ ਔਲਾਦ ਵੀ ਉਹਨਾਂ ਵਿੱਚ ਸਰੇ ਫਰਿਸ਼ਤਾ। ਅੱਛਾ ਡਾਕਟਰ ਸਾਹਿਬ, ਇੱਥੇ ਇੱਕ ਸਵਾਲ ਹੋਰ ਹੈ ਕਿ ਪਿਛਲੇ ਦਿਨੋਂ ਤੁਸੀਂ ਦੇਖਿਆ ਕਿ ਲਾਹੌਰ ਦੇ ਵਿੱਚ ਇੱਕ ਐਸਾ ਮੁਜ਼ਾਹਰਾ ਹੋਇਆ ਜਿਹਦੇ ਵਿੱਚ ਇਹ ਸੀ ਕਿ ਪੰਜਾਬੀ ਜਿਹੜੀ ਆ ਉਹਨੂੰ ਵਧਾਇਆ ਜਾਏ, ਉਹਦੇ ਵਿੱਚ ਤੁਸੀਂ ਵੀ ਸ਼ਾਮਲ ਹੋਏ ਸੀ। ਇਹ ਨੂਰ ਮੁਹੰਮਦ ਕਪੂਰਥਲਵੀ ਫੋਰਮ ਉਹਦੇ ਨਾਲ ਵੀ ਸ਼ਾਮਲ ਹੁੰਦਾ ਹੈ, ਮੋਢੇ ਨਾਲ ਮੋਢਾ ਲਾ ਕੇ, ਔਰ ਉਹ ਆਪਣੀ ਕਾਰਕਰਦਗੀ ਦਾ ਮੁਜ਼ਾਹਰਾ ਕਰਦਾ ਹੈ। ਤੇ ਮੁਸਤਕਬਲ ਵਿੱਚ ਤੁਹਾਡੇ ਕੀ ਪ੍ਰੋਗਰਾਮ ਨੇ, ਕੀ ਇਰਾਦੇ ਨੇ?
ਅਸੀਂ ਜੀ ਜਿਹੜੇ ਲਾਹੌਰ ਦੇ ਵਿੱਚ ਪੰਜਾਬ ਹਾਊਸ ਆ, ਉਹ ਹਮੇਸ਼ਾ ਪੰਜਾਬੀ ਦੇ ਫਰੋਗ ਲਈ ਲੱਗੇ ਰਹਿੰਦੇ ਨੇ। ਜੀ ਕੋਈ ਵੀ ਪੰਜਾਬੀ ਦੀ ਕਿਤਾਬ ਆਉਂਦੀ ਆ, ਉਹਦੀ ਰੂਨਮਾਈ ਮੁੱਖ ਵਿਖਾਲੀ ਪੰਜਾਬ ਹਾਊਸ ਹਾਜ਼ਰ ਆ। ਮੁਦੱਸਰ ਇਕਬਾਲ ਭੱਟ ਸਾਹਿਬ ਆਪਣੇ ਉਸ ਪਲੇਟਫਾਰਮ ਤੇ ਉਹਦੀ ਰੂਨਮਾਈ ਕਰਵਾਉਂਦੇ ਨੇ, ਉੱਥੇ ਲੰਗਰ ਪਾਣੀ ਚਲਾਉਂਦੇ ਨੇ, ਆਏ ਗਏ ਦੀ ਆਓ ਭਗਤ ਫਿਰ ਰਾਤ ਰਹਿਣ ਦਾ ਇੰਤਜ਼ਾਮ ਕਰਦੇ, ਤੇ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿੱਥੇ ਕਹਿਣਗੇ ਮੁਦੱਸਰ ਇਕਬਾਲ ਭੱਟ ਸਾਹਿਬ, ਬੇਸ਼ੱਕ ਸਾਨੂੰ ਯੂਕੇ ਕਹਿਣ ਤੇ ਅਸੀਂ ਉੱਥੇ ਵੀ ਹਾਜ਼ਰ ਹਾਂ। ਉਹ ਸਾਨੂੰ ਕਹਿਣ ਲਾਹੌਰ, ਫੈਸਲਾਬਾਦ, ਜਿੱਥੇ ਵੀ ਉਹਨਾਂ ਨੇ ਇੱਕ ਪ੍ਰੋਗਰਾਮ ਸੀ ਉਹਨਾਂ ਨੇ ਮੋਢੇ ਨਾਲ ਮੋਢਾ ਜੋੜ ਕੇ। ਦੂਸਰੇ ਸਾਡੇ ਸੱਜਣ ਮਿੱਤਰ ਇਲਿਆਸ ਘੁੰਮਣ ਸਾਹਿਬ ਨੇ, ਮਾਸ਼ਾਅੱਲਾ, ਜਿਹੜੇ ਪੰਜਾਬੀ ਜ਼ੁਬਾਨ ਦੇ ਬਹੁਤ ਹੀ ਅਣਥੱਕ ਸੇਵਾਕਾਰ ਨੇ। ਇਲਮੀ ਅਦਬੀ ਖਿਦਮਾਤ ਦਾ ਇਤਰਾਫ ਕਰਦੇ ਹਾਂ, ਮੁxtਲਫ ਅਦਬੀ ਤਨਜ਼ੀਮਾਂ ਨੇ ਤੁਹਾਨੂੰ ਆਜ਼ਾਦਾਤ ਤੋਂ ਨਵਾਜ਼ਿਆ, ਕਦੀ ਹਕੂਮਤ ਵੱਲੋਂ ਵੀ ਕੋਈ ਰਾਬਤਾ ਕੀਤਾ ਗਿਆ ਕਿ ਨਹੀਂ? ਨਹੀਂ ਸਰ, ਮੈਂ ਕਦੀ ਖੁਆਇਸ਼ ਵੀ ਨਹੀਂ ਕੀਤੀ ਤੇ ਨਾ ਮੇਰੇ ਨਾਲ ਕਦੀ ਰਾਬਤਾ ਹੀ ਹੋਇਆ। ਮੇਰੀ ਦਿਲੀ ਇੱਕ ਹੁੰਦੀ ਨਾ ਮੰਗ, ਜਾਂ ਮੈਂ ਕਿਸੇ ਦੇ ਮੋਢਿਆਂ ਦੇ ਚੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ, ਮੈਂ ਕਦੀ ਕੀਤਾ ਹੀ ਨਹੀਂ। ਮੇਰੇ ਦੋਸਤਾਂ ਨੂੰ ਵੀ ਪਤਾ, ਤੇ ਮੈਂ ਕਦੀ ਇਹੋ ਜਿਹਾ ਕੀਤਾ ਹੀ ਨਹੀਂ। ਜਿੱਥੇ ਦੋਸਤਾਂ ਦਾ ਵੀ ਕਰ ਦਿੰਦਾ ਐਪਰੀਸ਼ੀਏਟ, ਹਾਲਾ ਸ਼ੇਰੀ ਮੇਰੇ ਲਈ ਉਹ ਵੀ ਬੜਾ ਸਹੀ, ਬੇਸ਼ੁਮਾਰ ਅਵਾਰਡ ਮਿਲੇ, ਪ੍ਰਾਈਜ਼ ਜਿਹੜੇ ਨਕਦੀ ਉਹ ਵੀ ਅਵਾਰਡ ਮਿਲੇ, ਪ੍ਰਾਈਜ਼ ਮਿਲੇ, ਲੇਕਿਨ ਕਦੀ ਖੁਆਇਸ਼ ਹੀ ਨਹੀਂ ਕੀਤੀ ਕਿ ਸਾਨੂੰ ਸਰਕਾਰੀ ਸਰਪ੍ਰਸਤੀ ਹੋਵੇ। ਜਿਹੜੇ ਸਰਕਾਰੀ ਪ੍ਰਸਤੀ ਵਾਲੇ ਵੀ ਨਾ, ਉਹਦਾ ਵੀ ਸਾਨੂੰ ਪਤਾ ਉਹ ਲੋਕ ਕਿੱਦਾਂ ਸੀੜੀ ਚੜ ਕੇ ਅੱਗੇ ਆਉਂਦੇ ਨੇ, ਕਿਸੇ ਦੇ ਮੋਢੇ ਨੇ ਚੜ ਕੇ। ਮੈਂ ਐਸੇ ਨਾਮ ਮੇਰੇ ਕੋਲ ਨੇ, ਔਰ ਜਿਹੜੇ ਲੋਕ ਚਸ਼ਮਦੀਦ ਨੇ, ਜਿਹੜੇ ਵਿੱਚ ਉਸ ਕਮੇਟੀਆਂ ਦੇ ਮੈਂਬਰ ਰਹੇ ਨੇ, ਉੱਥੋਂ ਤੱਕ ਸਾਨੂੰ ਗੱਲਾਂ ਮਿਲਦੀਆਂ ਨੇ ਕਿ ਕਿਵੇਂ ਨਾਮ ਇਹਦਾ ਰਿਕਮੈਂਡ ਹੋਇਆ ਜੀ, ਕਿਵੇਂ ਨਾਮ ਅੱਗੇ ਪਿਆ। ਉਹ ਸਾਰਾ ਇੱਥੇ ਗੱਲ ਕਰਨ ਦੀ ਉਹਦੀ ਲੋੜ ਨਹੀਂ। ਅੱਛਾ, ਅਸੀਂ ਤੁਹਾਡੇ ਕੋ ਗਜ਼ਲ ਕਲਾਮ ਸੁਣਨਾ ਚਾਹ ਰਹੇ ਹਾਂ। ਤੇ ਲੇਕਿਨ ਸਰ ਅਸੀਂ ਤੇ ਇਹ ਅਗਰ ਨਾਤ ਲਿਖ ਰਹੇ ਨਾ, ਅਸੀਂ ਉਹ ਵੀ ਅੱਲਾ ਦੀ ਰਜ਼ਾ ਵਾਸਤੇ, ਅੱਲਾ ਦੀ ਖੁਸ਼ਨੁਦੀ ਵਾਸਤੇ, ਹਜ਼ੂਰ ਦੀ ਖੁਸ਼ਨੁਦੀ ਵਾਸਤੇ। ਮਾਸ਼ਾਅੱਲਾ ਜੀ, ਮਾਸ਼ਾਅੱਲਾ। ਸਾਨੂੰ ਜਿਹੜਾ ਦੁਨਿਆਵੀ, ਮੈਂ ਤੁਹਾਨੂੰ ਦੱਸਦਾ ਕਿ ਮੈਂ ਨਾਤ ਤੇ ਕੰਮ ਕੀਤਾ, ਸੀਰਤ ਨਬੀ ਤੇ ਕਿਤਾਬ ਲਿਖੀ, ਅੱਲਾ ਦੀ ਜ਼ਾਤ ਪਾਕ ਨੇ ਮੈਨੂੰ ਉਮਰੇ ਲਈ ਬੁਲਾ ਲਿਆ। ਮੈਂ ਗੈਰ ਮੁਸਲਮ ਸ਼ੁਅਰਾ ਤੇ ਕੰਮ ਕੀਤਾ, ਉਸੇ ਸਾਲ ਫੇਰ ਸਰਕਾਰ ਨੇ ਮੈਨੂੰ ਬੁਲਾ ਲਿਆ। ਯਾਨੀ 3 ਵਾਰ ਮੈਨੂੰ ਆਪਣੇ ਇਹਨਾਂ ਦੀਨੀ ਕੰਮਾਂ ਦੇ ਉੱਤੇ ਮੇਰੇ ਅੱਲਾਹ ਪਾਕ ਨੇ ਆਪਣੇ ਘਰ ਬੁਲਾਇਆ, ਹਜ਼ੂਰ ਪਾਕ ਸੱਲੱਲਾਹੁ ਅਲੈਹਿ ਕਦਮੈਨ ਮੁਬਾਰਕ 'ਚ ਬੁਲਾਇਆ। ਮੈਂ ਆਪਣੀ ਬੈਲਟ ਦੇ ਵਿੱਚ ਦੋਨੇ ਕਿਤਾਬਾਂ ਇੱਥੇ ਛਪਾ ਕੇ ਲਿਆ ਤੇ ਸਰਕਾਰ ਦੇ ਰੋਜ਼ਾ ਮੁਬਾਰਕ ਸਾਹਮਣੇ ਸਤੂਨ ਦੇ ਨਾਲ ਖੜੇ ਹੋ ਗਏ ਓਟ 'ਚ। ਮੈਂ ਕਿਹਾ ਸਰਕਾਰ ਮੇਰੇ ਕੋ ਆਹੇ ਨਾਮਾ ਮੌਲਾ, ਇਹ ਮੇਰਾ ਇਜਾਜ਼ ਸੀ, ਤੇ ਮੈਂ ਇਹ ਤੋਂ ਵੱਡਾ ਇਜਾਜ਼ ਨਹੀਂ ਸਮਝਦਾ ਕੋਈ ਵੀ। ਮਾਸ਼ਾਅੱਲਾ, 4 ਦਿਨ ਦਾ ਅਵਾਰਡ ਜਿਹੜਾ ਮਰਜ਼ੀ ਲੋਕੀ ਆਪ ਬਣਾ ਕੇ ਰੱਖੀ ਫਿਰਦੇ ਨੇ। ਲੋਕੀ ਤੇ ਐਸੇ ਵੀ ਆ ਕਿ ਜਿਹੜਾ ਮਰਜ਼ੀ ਅਵਾਰਡ ਉੱਥੋਂ ਬਣਾ ਲਓ, ਉੱਥੇ ਕਹਿੰਦੇ ਮੈਨੂੰ ਫਲਾਂ ਜਗ੍ਹਾ ਤੇ ਮਿਲਿਆ, ਕਿਸੇ ਨੇ ਆ ਕੇ ਵੈਰੀਫਾਈ ਕਰਨਾ। ਹਾਂਜੀ, ਮੈਂ ਕਹਿੰਦਾ ਕਿ ਮੈਨੂੰ ਜਨਾਬ ਫਲਾਂ ਸਰਕਾਰੀ ਇਦਾਰੇ ਨੇ ਦਿੱਤਾ ਅਵਾਰਡ, ਕੋਈ ਢੇਲੀ ਕਰਦਾ ਜਾਂ ਕੋਈ ਰਿਕਾਰਡ ਦੇਖਣਾ ਕਿਸੇ ਨੇ ਆਪਣੀ ਵਾਹ ਵਾਸਤੇ? ਹਾਂ ਬਿਲਕੁਲ ਸਹੀ ਬਾਤ। ਉਹ ਸਰ ਗੱਲਾਂ ਸਿਰਫ ਤੁਹਾਨੂੰ ਉੱਥੇ ਕਬੂਲੀਅਤ ਹੋ ਜਾਵੇ। ਹਾਂ ਬਿਲਕੁਲ। ਤੇ ਹੁਣ ਜਿਹੜਾ ਸਿਲਸਿਲਾ ਮੈਂ ਕਹਿੰਦਾ ਮੇਰਾ ਤਾਦਮੇ ਮਰਗ ਚੱਲਦਾ ਰਹੇ, ਨਾ ਤੇ ਮੈਨੂੰ ਲਾਤਾ, ਉਹਦੇ ਵਾਸਤੇ ਮੈਂ ਆਪਣੇ ਦੋਸਤਾਂ ਦਾ ਮਸ਼ਕੂਰ ਹਾਂ, ਜਨਾਬ ਪ੍ਰੋਫੈਸਰ ਆਜ਼ਮ ਕਾਦਰੀ ਸਾਹਿਬ ਦਾ, ਜਨਾਬ ਅਖਲਾਕ ਹੈਦਰਾਬਾਦੀ ਸਾਹਿਬ ਦਾ, ਕਿ ਜਿਨ੍ਹਾਂ ਨੇ ਮੈਨੂੰ ਇਸ ਪਾਸੇ ਚਲਾਇਆ। ਨਾਤ ਤੇ ਗਜ਼ਲ ਤੋਂ ਨਾਤ ਵੱਲ ਲਿਆਉਣਾ ਸਰ, ਇਹਨਾਂ ਨੇ ਬੇਸ਼ੁਮਾਰ ਲੋਕਾਂ ਨੂੰ ਇੱਧਰ ਲੈ ਕੇ ਆਏ ਨੇ। ਆਜ਼ਮ ਕਾਦਰੀ ਸਾਹਿਬ ਮਾਸ਼ਾਅੱਲਾ ਗਜ਼ਲ ਗੋ ਲੋਕਾਂ ਨੂੰ ਨਾਤ ਦੀ ਦੁਨੀਆ ਤੇ ਉਹਨਾਂ ਨੇ ਮੁਤਾਰਫ ਕਰਾਇਆ। ਤੇ ਇਹ ਮੈਂ ਸਰ ਤੁਹਾਨੂੰ ਸੁਣਾਉਂਦਾ ਜੀ ਗਜ਼ਲ। ਇਹ ਸਰ ਪਹਿਲੇ ਤਾਂ ਮੈਂ ਕਾਫੀ ਸੁਣਾਵਾਂ। ਕਾਫੀ ਕਾਫੀ ਜਿਹੜੀ ਹੁੰਦੀ ਆ, ਹਾਂਜੀ ਹਾਂਜੀ, ਇਹ ਇੱਕ ਔਰਤ ਦੇ ਮੂੰਹ ਤੋਂ ਸੁਣਾਈ ਜਾਂਦੀ, ਉਹਦੇ ਬੋਲ ਹੁੰਦੇ ਆ ਕਿ ਸ਼ਾਹ ਹੁਸੈਨ ਬੁੱਲੇ ਸ਼ਾਹ ਨੇ ਵੀ ਕਾਫੀਆਂ ਲਿਖੀਆਂ ਕਿ ਇਹ ਸਰ ਸੁਣੋ ਜੀ। ਮਾਏ ਨੀ ਮੈਂ ਕਿਹਨੂੰ ਦੱਸਾਂ, ਮਾਏ ਨੀ ਮੈਂ ਕਿਹਨੂੰ ਦੱਸਾਂ ਦਿਲ ਆਪਣੇ ਦਾ ਹਾਲ। ਮਾਸ਼ਾਅੱਲਾ, ਖਬਰ ਨਾ ਲਿੱਤੀ ਮੁੜ ਕੇ ਸਾਈਆਂ, ਖਤਮ ਨਾ ਹੁੰਦੀਆਂ ਦਿਸਣ ਜੁਦਾਈਆਂ, ਫਿਰਦੀ ਪਈਆਂ ਵਾਂਗ ਸੁਦਾਈਆਂ, ਖਿਲਰੇ ਸਿਰ ਦੇ ਵਾਲ। ਮਾਏ ਨੀ ਮੈਂ ਕਿਹਨੂੰ ਦੱਸਾਂ ਦਿਲ ਆਪਣੇ ਦਾ ਹਾਲ। ਮਾਸ਼ਾਅੱਲਾ, ਧਰਿਆ ਤੀਰ ਕਮਾਨੇ ਦੇ ਵਿੱਚ, ਆ ਗਈ ਜਾਨ ਨਿਸ਼ਾਨੇ ਦੇ ਵਿੱਚ, ਇਸ ਬੇਦਰਦ ਜ਼ੁਬਾਨੇ ਦੇ ਵਿੱਚ, ਇਸ ਬੇਦਰਦ ਜ਼ਮਾਨੇ ਦੇ ਵਿੱਚ ਹਮਦਰਦਾਂ ਦਾ ਕਾਲ। ਮਾਏ ਨੀ ਮੈਂ ਕਿਹਨੂੰ ਦੱਸਾਂ ਦਿਲ ਆਪਣੇ ਦਾ ਹਾਲ। ਹੋਇਆ ਮੁਕੱਦਰ ਦੁਖੜੇ ਸਹਿਣਾ, ਕੋਈ ਨਹੀਂ ਮੰਨਦਾ ਮੇਰਾ ਕਹਿਣਾ, ਇੱਥੇ ਤਾਈਓ ਮੁਮਕਿਨ ਰਹਿਣਾ ਜੇ ਬੋਝੇ ਵਿੱਚ ਮਾਲ। ਮਾਏ ਨੀ ਮੈਂ ਕਿਹਨੂੰ ਦੱਸਾਂ ਦਿਲ ਆਪਣੇ ਦਾ ਹਾਲ। ਫੁਰਕਤ ਵਿੱਚ ਮੈਂ ਮਾਰੀਆਂ ਚੀਕਾਂ, ਤਾਨੇ ਦਿੱਤੇ ਬਹੁਤ ਸ਼ਰੀਕਾਂ, ਫਿਰ ਵੀ ਤੈਨੂੰ ਰੋਜ਼ ਉਡੀਕਾਂ, ਹੋਵੇ ਕਿਵੇਂ ਵਿਸਾਲ। ਮਾਏ ਨੀ ਮੈਂ ਕਿਹਨੂੰ ਦੱਸਾਂ ਦਿਲ ਆਪਣੇ ਦਾ ਹਾਲ। ਕਿੱਥੇ ਯਾਰ ਮੇਰੇ ਦਾ ਠਾਣਾ, ਕਿੱਥੇ ਮੇਰੇ ਯਾਰ ਦਾ ਠਾਣਾ, ਉਸ ਵੱਲ ਮੈਂ ਤੇ ਛੇਤੀ ਜਾਣਾ, ਜਾਂ ਮੈਂ ਪੁੱਛਾਂ ਪਤਾ ਟਿਕਾਣਾ, ਲੋਕੀ ਦੇਵਨ ਟਾਲ। ਮਾਏ ਨੀ ਮੈਂ ਕਿਹਨੂੰ ਦੱਸਾਂ ਦਿਲ ਆਪਣੇ ਦਾ ਹਾਲ।
ਨਾਲ ਆਰਾਮ ਦੇ ਸਹਿ ਨਹੀਂ ਸਕਦੀ, ਭੇਤ ਦਿਲੇ ਦਾ ਕਹਿ ਨਹੀਂ ਸਕਦੀ, ਮੈਂ ਹੁਣ ਇੱਥੇ ਰਹਿ ਨਹੀਂ ਸਕਦੀ, ਹੋਇਆ ਹਰਾਮ ਹਲਾਲ, ਹੋਇਆ ਹਰਾਮ ਹਲਾਲ, ਮੈਂ ਨਹੀਂ, ਮੈਂ ਕਿਹਨੂੰ ਦੱਸਾਂ ਦਿਲ ਆਪਣੇ ਦਾ ਹਾਲ। ਤੇ ਮੁੱਕਦੀਆਂ ਨਹੀਂ ਫੁਰਕਤ ਦੀਆਂ ਘੜੀਆਂ, ਰੋ ਰੋ ਸਜਣਾ ਲਾਈਆਂ ਚੜੀਆਂ, ਤੇਰੇ ਨਾਲ ਜਾਂ ਅੱਖੀਆਂ ਲੜੀਆਂ, ਭੁੱਲ ਗਈ ਆਪਣੀ ਚਾਲ, ਮੈਂ ਨਹੀਂ, ਮੈਂ ਕਿਹਨੂੰ ਦੱਸਾਂ ਦਿਲ ਆਪਣੇ ਦਾ ਹਾਲ। ਮਾਸ਼ਾਅੱਲਾ। ਇਸ਼ਕ ਦਾ ਦੀਵਾ ਦਿਲ ਵਿੱਚ ਬਲਿਆ, ਇੱਕ ਛਲੀਏ ਨੇ ਮੈਨੂੰ ਛਲਿਆ, ਸੁੱਖ ਸਨੇੜਾ ਫਿਰ ਨਾ ਕੱਲਿਆ, ਗੁਜ਼ਰ ਗਏ ਕਈ ਸਾਲ, ਮਾਏ ਨਹੀਂ, ਮੈਂ ਕਿਹਨੂੰ ਦੱਸਾਂ ਦਿਲ ਆਪਣੇ ਦਾ। ਆਖਰੀ ਬੰਦ, ਮੌਜਾਂ ਮਾਣੀ ਰਜ ਰਜ ਖਾਵੀਂ, ਮੌਜਾਂ ਮਾਣੀ ਰਜ ਰਜ ਖਾਵੀਂ, ਖੁਸ਼ੀਆਂ ਦੇ ਵਿੱਚ ਵਕਤ ਲੰਘਾਵੀਂ, ਹੁਣ ਇਜ਼ਹਾਰ ਜਦੋਂ ਵੀ ਆਵੀਂ, ਲੈ ਜਾਈ ਮੈਨੂੰ ਨਾਲ, ਮਾਏ ਨਹੀਂ, ਮੈਂ ਕਿਹਨੂੰ ਦੱਸਾਂ ਦਿਲ ਆਪਣੇ ਦਾ ਹਾਲ। ਇਹ ਜੀ ਕਾਫੀ ਸੀ ਪੰਜਾਬੀ ਦੀ। ਤਾਂ ਹੁਣ ਇੱਕ ਤੁਹਾਨੂੰ ਮਾਸ਼ਾਅੱਲਾ ਗਜ਼ਲ ਵੀ ਸੁਣਾ ਦਿੰਦੇ ਆ ਜੀ। ਗਜ਼ਲ ਇਹ ਗਜ਼ਲ ਆ ਜੀ, ਇਹ ਖਟਮੜੀ ਜੀ ਗਜ਼ਲ ਆ। ਸੋਹਣਿਆ ਕੋਲ ਜੋ ਬਹਿ ਜਾਂਦਾ ਏ, ਗਿੱਟਿਓਂ ਗੋਡਿਓਂ ਰਹਿ ਜਾਂਦਾ ਏ, ਸਹੀ ਵੇਲਾ ਉਹਨੂੰ ਅੱਬਾ ਮੰਨਦਾ, ਵੇਲਾ ਉਹਨੂੰ ਅੱਬਾ ਮੰਨਦਾ, ਵੇਲੇ ਨਾਲ ਜੋ ਖਹਿ ਜਾਂਦਾ, ਵੇਲਾ ਉਹਨੂੰ ਅੱਬਾ ਮੰਨਦਾ, ਵੇਲੇ ਨਾਲ ਜੋ ਖਹਿ ਜਾਂਦਾ ਏ, ਵਿਆਹ ਦੇ ਮਗਰੋਂ ਇਸ਼ਕ ਛਲੇਡਾ ਆਪੇ ਮਗਰੋਂ ਲੈ ਜਾਂਦਾ। ਤੇ ਹੜ ਜੋ ਬੰਦਾ ਜਿੱਧਰ ਜਾਂਦਾ, ਸਭ ਕੁਝ ਕਰਦਾ ਤਹਿ ਜਾਂਦਾ ਏ, ਘਰ ਦੀਆਂ ਲੋੜਾਂ ਹੱਥੋਂ ਬੰਦਾ, ਘਰ ਦੀਆਂ ਲੋੜਾਂ ਹੱਥੋਂ ਬੰਦਾ, ਟੈਂਦਾ ਟੈਂਦਾ ਟਹਿ ਜਾਂਦਾ ਏ, ਝੂਠ ਨਹੀਂ ਇਜ਼ਹਾਰ ਲਗਾਉਂਦਾ, ਝੂਠ ਤੇ ਨਹੀਂ ਇਜ਼ਹਾਰ ਲੁਕਾਉਂਦਾ, ਸੱਚੀਆਂ ਗੱਲਾਂ ਕਹਿ ਜਾਂਦਾ। ਮਾਸ਼ਾਅੱਲਾ। ਸੋਹਣੀਆਂ ਕੋਲ ਜੋ ਬਹਿ ਜਾਂਦਾ ਏ, ਗਿੱਟਿਆਂ ਗੋਡਿਆਂ ਰਹਿ ਜਾਂਦਾ ਹੈ। ਜੀ ਸਰ। ਇਹ ਸਨ ਜੀ ਸਾਡੇ ਨਾਲ ਡਾਕਟਰ ਇਜ਼ਹਾਰ ਅਹਿਮਦ ਗੁਲਜ਼ਾਰ ਸਾਹਿਬ। ਇਹਨਾਂ ਦੀਆਂ ਤੁਸੀਂ ਗੱਲਾਂ ਬਾਤਾਂ ਸੁਣੀਆਂ, ਸਾਦਾ ਸਲੂਬ ਹੈ, ਕਿਸੇ ਕਿਸਮ ਦੇ ਖੋੜ ਤੋਂ ਪਾਕ। ਉਮੀਦ ਹੈ ਤੁਸੀਂ ਵੀ ਲੁਤਫਅੰਦੋਜ਼ ਹੋਵੋਗੇ। ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ ਸਰ, ਬਹੁਤ ਸ਼ੁਕਰੀਆ, ਤੁਸੀਂ ਤਸ਼ਰੀਫ ਲਿਆਏ, ਸਾਡਾ ਮਾਣ ਵਧਾਇਆ।